ਸਾਹਿਬ ਜੀਓ। ਮੈਂ ਨਾਹੀਂ ਕਛ ਹਾਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨਾ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਹੋਵੈ ਸਿਫਤ ਖਸਮ ਦੀ। ਨੂਰ ਅਰਸ਼ਹੁ ਕੁਰਸ਼ਹੁ ਝਟੀਐ, ਤੁਧ ਡਿਠੈ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ, ਸੇ ਹਰਿ ਕੀਰਤ ਸਦਾ ਕਮਾਹੀ। ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ, ਸੱਚੈ ਸ਼ਬਦ ਸਮਾਹੀ। ਜਿਨ ਕਉ ਸਤਿਗੁਰ ਭੇਟਿਆ, ਸੇ ਹਰਿ ਕੀਰਤ ਸਦਾ ਕਮਾਹੀ। ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ, ਸੱਚੈ ਸ਼ਬਦ ਸਮਾਹੀ। ਕੁਲ ਉਧਾਰਹਿ ਆਪਣਾ, ਮੋਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋਗ ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰਿ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਏ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰਿ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ
ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੋਲ੍ਹਿਆ। ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੋਏ ਅੱਜ ਮਹਾਰਾਜ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਨਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਬਸ ਜ਼ਰੂਰਤ ਹੈ ਸਾਨੂੰ ਉਹਦੇ ਸਮਰਪਿਤ ਹੋ ਜਾਣ ਦੀ, ਕਿਉਂਕਿ ਜਿਸ ਨੇ ਤਨ ਦਿੱਤਾ ਮਨ ਦਿੱਤਾ ਤੇ ਭਾਈ ਧਨ ਵੀ ਫਿਰ ਉਸੇ ਦਾ ਹੀ ਹੈ ਨਾ। ਕਿਉਂਕਿ ਜਿਤਨਾ ਵੀ ਸਾਡੇ ਕੋਲ ਧਨ ਹੁੰਦਾ ਹੈ ਉਹ ਤਨ ਅਤੇ ਮਨ ਦੀ ਵਿਉਂਤ ਨਾਲ ਕਮਾਇਆ ਜਾਂਦਾ ਹੈ ਨਾ। ਜਿਨ੍ਹਾਂ ਦਾ ਤਨ ਸਮਰੱਥ ਨਹੀਂ ਉਹ ਵੀ ਧਨ ਨਹੀਂ ਕਮਾ ਸਕਦੇ, ਅਤੇ ਜਿਨ੍ਹਾਂ ਦਾ ਮਨ ਸਮਰੱਥ ਨਹੀਂ ਉਹ ਵੀ ਧਨ ਨਹੀਂ ਕਮਾ ਸਕਦੇ। ਕਈ ਵਾਰ ਅਸੀਂ ਵੇਖਦੇ ਹਾਂ ਆਪਣੇ ਘਰ ਪਰਿਵਾਰਾਂ 'ਚ ਕਈ ਵਿਅਕਤੀਆਂ ਦਾ ਮਨ ਬੜਾ ਤੇਜ਼ ਹੁੰਦਾ ਲੇਕਿਨ ਵਿਚਾਰੇ ਤੁਰ ਫਿਰ ਨਹੀਂ ਸਕਦੇ, ਤਨ ਕਮਜ਼ੋਰ ਹੈ ਅਤੇ ਉਹ ਵੀ ਮਿਹਨਤ ਮਸ਼ੱਕਤ ਨਹੀਂ ਕਰ ਸਕਦੇ, ਕਮਾਈ ਨਹੀਂ ਹੁੰਦੀ। ਅਤੇ ਕਈ ਸਰੀਰ ਕਰਕੇ ਬੜੇ ਤਕੜੇ ਹੁੰਦੇ ਨੇ ਪਰ ਮਨ ਕਰਕੇ ਬਿਲਕੁਲ ਹੀ ਸ਼ੂਨ ਬੁੱਧੂ ਹੁੰਦੇ ਨੇ, ਉਹ ਵੀ ਨਹੀਂ ਕਮਾਈ ਕਰ ਸਕਦੇ। ਧਨ ਦੀ ਕਮਾਈ ਤਦ ਹੀ ਹੁੰਦੀ ਹੈ ਜਦੋਂ ਮਨ ਅਤੇ ਤਨ ਦੋਨੋਂ ਸਾਵਧਾਨ ਹੋਣ, ਸੁਚੇਤ ਹੋਵਣ ਅਤੇ ਘੱਟੋ ਘੱਟ ਐਵਰੇਜ ਅਵਸਥਾ 'ਤੇ ਸੁਚੇਤ ਹੋਵਣ, ਤਦ ਜਾ ਕੇ ਕਿਤੇ ਕਮਾਈ ਆਰੰਭ ਹੁੰਦੀ ਹੈ। ਅਤੇ ਮਹਾਰਾਜ ਸਾਨੂੰ ਸੂਤਰ ਦਿੰਦੇ ਨੇ ਕਿ ਭਾਈ ਜੇ ਤਨ ਤੇਰਾ ਨਹੀਂ, ਤਨ ਤੈਨੂੰ ਮਿਲਿਆ, ਮਨ ਵੀ ਸਾਨੂੰ ਮਿਲਿਆ, ਅਤੇ ਜੇ ਤਨ ਮਨ ਸਾਡਾ ਨਹੀਂ ਅਤੇ ਤਨ ਮਨ ਦੇ ਕਮਾਇਆ ਹੋਇਆ ਧਨ ਸਾਡਾ ਕਿਵੇਂ ਹੋ ਗਿਆ? ਅਸੀਂ ਤਾਂ ਇੱਥੋਂ ਹੀ ਹਟ ਕੇ ਆ ਨਾ, ਤਨ ਤੋਂ ਹਟ ਕੇ ਆ, ਮਨ ਤੋਂ ਹਟ ਕੇ ਆ। ਸਾਡੇ ਅੰਦਰ ਬਹੁਤ ਸਾਰੀਆਂ ਵਸਤੂਆਂ ਦਾ ਗੱਠਜੋੜ ਹੈ ਅਤੇ ਅਸੀਂ ਇਹਨਾਂ ਸਾਰਿਆਂ ਦੇ ਰਸ ਨੂੰ ਪ੍ਰਾਪਤ ਕਰਨਾ ਹੈ, ਬਲਕਿ ਉਲਟਾ ਹੋਇਆ ਪਿਆ, ਅਸੀਂ ਇਹਨਾਂ ਦੇ ਗੁਲਾਮ ਹੋ ਗਏ ਹਾਂ। ਬਸ ਇੰਨਾ ਕੁ ਭੇਤ ਹੈ। ਸਾਨੂੰ ਸੰਸਾਰ ਵਿੱਚ ਜਿਉਣ ਵਾਸਤੇ ਜਿਵੇਂ ਘਰ ਦਿੱਤਾ ਹੈ, ਮਕਾਨ ਦਿੱਤਾ ਹੈ, ਹੋਰ ਬਹੁਤ ਸਾਰੇ ਸੰਗ ਸਾਕ ਨੇ, ਬਹੁਤ ਸਾਰੀਆਂ ਚੀਜ਼ਾਂ ਸੰਸਾਰ ਵਿੱਚ ਦਿਖਾਈ ਦਿੰਦੀਆਂ ਨੇ ਸਾਨੂੰ ਮਿਲੀਆਂ। ਅਸੀਂ ਆਪਣੇ ਇਹਨਾਂ ਸੁੱਖ ਸੁਵਿਧਾਵਾਂ ਦੇ ਵਰਤਣਾ ਸੀ ਅਸੀਂ ਗੁਲਾਮ ਹੋ ਗਏ ਹਾਂ। ਅੱਜ ਹੌਲੀ ਹੌਲੀ ਅਸੀਂ ਆਪਣੇ ਸੁੱਖ ਸੁਵਿਧਾਵਾਂ ਦੇ ਗੁਲਾਮ ਹੋਏ ਫਿਰਦੇ ਹਾਂ। ਆ ਪਿਛਲੇ 10-20-30 ਸਾਲਾਂ ਤੋਂ ਸਾਡੇ ਦੁਨੀਆ 'ਚ ਮੋਬਾਈਲ ਆਇਆ, ਅੱਜ ਅਸੀਂ ਮੋਬਾਈਲ ਦੇ ਗੁਲਾਮ ਹੋਏ ਪਏ ਹਾਂ। ਬਿਜਲੀ ਆਈ ਅਤੇ ਅਸੀਂ ਬਿਜਲੀ ਦੇ ਗੁਲਾਮ ਹੋ ਗਏ। ਦੁਨੀਆ ਦੇ ਵਾਹੀਕਲਸ ਆਏ ਅਤੇ ਅਸੀਂ ਵਾਹੀਕਲਾਂ ਦੇ ਗੁਲਾਮ ਹੋ ਗਏ। ਜੋ ਵੀ ਸਹੂਲਤ ਮਿਲਦੀ ਹੈ 10-20 ਸਾਲਾਂ 'ਚ ਅਸੀਂ ਉਹਦੇ ਗੁਲਾਮ ਹੋ ਜਾਂਦੇ ਹਾਂ। ਚਾਹੀਦਾ ਤਾਂ ਇਹ ਸੀ ਕਿ ਚੀਜ਼ਾਂ ਸਾਡੇ ਸਿਆਣਿਆਂ ਨੇ ਬਣਾਈਆਂ, ਅਸੀਂ ਇਹਨਾਂ ਦੀ ਗੁਲਾਮੀ ਨਾ ਕਰਦੇ ਬਲਕਿ ਇਹਨਾਂ ਨੂੰ ਆਪਣੀ ਸਹੂਲਤ ਵਾਸਤੇ ਆਪਣੀ ਲੋੜ ਮੁਤਾਬਕ ਵਰਤੋ। ਭਾਈ ਕੋਈ ਮਨਾ ਥੋੜ੍ਹਾ, ਕਿਸੇ ਧਰਮ ਨੇ ਮਨਾ ਥੋੜ੍ਹਾ ਕੀਤਾ ਵੀ ਨਾ ਇਹ ਵਰਤੋ। ਜ਼ਰੂਰਤ ਦੇ ਮੁਤਾਬਕ, ਸਮੇਂ ਦੇ ਮੁਤਾਬਕ ਹਰ ਚੀਜ਼ ਨੂੰ ਬਿਹਤਰੀਨ ਤਰੀਕੇ ਦੇ ਨਾਲ ਵਰਤਿਆ ਜਾ ਸਕਦਾ ਹੈ। ਠੀਕ ਇਸੇ ਤਰ੍ਹਾਂ ਸਾਨੂੰ ਸੁਰਤ, ਮਤ, ਮਨ, ਬੁੱਧ, ਸਰੀਰ ਮਿਲਿਆ, ਇਹਨਾਂ ਦੀ ਵਰਤੋਂ ਵੀ ਅਸੀਂ ਸਹੀ ਕਰਨੀ ਹੈ। ਸਾਡੇ ਤੋਂ ਇਹਨਾਂ ਦੀ ਸਹੀ ਵਰਤੋਂ ਹੋ ਨਹੀਂ ਪਈ। ਹੱਥ ਪੈਰ ਅੱਖ ਮੂੰਹ 10 ਇੰਦਰੀਆਂ ਮਿਲੀਆਂ ਨੇ, ਇਹਨਾਂ ਦੇ ਨਾਲ ਮਤ ਮਨ ਬੁੱਧ ਮਿਲੀ ਹੈ, ਸੁਰਤ ਮਿਲੀ, ਸਾਰਾ ਸੰਪੂਰਨ ਸਮਗਰ ਸਰੀਰ ਮਿਲਿਆ। ਇਹਦੀ ਅਸੀਂ ਸਹੀ ਵਰਤੋਂ, ਸਦ ਵਰਤੋਂ ਕਰਕੇ ਆਪਣੀ ਮੰਜ਼ਿਲ ਵੱਲ ਵੱਧਦੇ ਜਾਣਾ, ਆਪਣੇ ਟਾਰਗੇਟ ਵੱਲ ਤੁਰੇ ਜਾਣਾ। ਪਰ ਸਾਨੂੰ ਤਾਂ ਅਸੀਂ ਰਸ ਪਏ, ਅਸੀਂ ਇੰਦਰੀਆਂ ਦੇ ਗੁਲਾਮ ਹੋ ਗਏ, ਅਸੀਂ ਆਪਣੇ ਮਨ ਦੇ ਗੁਲਾਮ ਹੋ ਗਏ, ਸੁਰਤ ਦਾ ਚੇਤਾ ਭੁੱਲ ਗਿਆ, ਬੁੱਧੀ ਭ੍ਰਸ਼ਟ ਹੋ ਗਈ, ਮੱਤ ਮਾਰੀ ਗਈ। ਸਾਡੇ ਬਹੁਤੇ ਜੀਆਂ ਦੀ ਹਾਲਾਤ ਇੱਦਾਂ ਦੀ ਹੈ।
ਜੀ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਹੰਡਾ ਰਹੇ ਹਾਂ, ਪਰ ਹੋ ਕੀ ਰਿਹਾ? ਅਲਟੀਮੇਟ ਮੁੱਕ ਰਹੇ ਹਾਂ ਅਸੀਂ। ਇਹ ਸਤਿਗੁਰ ਸਾਨੂੰ ਸਮਝਾਉਂਦੇ ਨੇ, ਭਾਈ ਸਾਵਧਾਨ, ਅਸੀਂ ਮੁੱਕਣਾ ਨਹੀਂ ਹੈ, ਅਸੀਂ ਵਾਧੇ ਵਿੱਚ ਜਾਣਾ, ਅਸੀਂ ਤਰੱਕੀਆਂ ਨੂੰ ਕਰਨਾ। ਔਰ ਇਹ ਸਾਰੀਆਂ ਚੀਜ਼ਾਂ ਸਾਨੂੰ ਹਰ ਇੱਕ ਜੀਵ ਨੂੰ ਮਿਲੀਆਂ ਨੇ। ਕੋਈ ਇਹ ਨਹੀਂ ਕਹਿ ਕਿ ਮੈਨੂੰ ਉਹਨੇ ਕੁਝ ਘੱਟ ਦਿੱਤਾ। ਧਨ ਪਦਾਰਥ ਅਸੀਂ ਫਿਰ ਵੀ ਕਹਿ ਸਕਦਾ ਦੇਖੋ ਜੀ ਘੱਟ ਮਿਲੇ। ਰਿਸ਼ਤੇਦਾਰੀਆਂ 'ਚ ਕੋਈ ਕਹਿ ਸਕਦਾ ਦੇਖੋ ਜੀ ਮੇਰੇ ਕੋਲ ਆਹ ਰਿਸ਼ਤਾ ਨਹੀਂ ਹੈ, ਭੈਣ ਨਹੀਂ ਹੈ, ਭਰਾ ਨਹੀਂ ਹੈ, ਇਹ ਕਹਿ ਸਕਦੇ ਹਾਂ। ਪਰ ਸਰੀਰ ਦੇ ਅੰਗ ਤੇ ਸਭ ਨੂੰ ਪੂਰੇ ਮਿਲੇ ਨਾ, ਮਤ ਬੁੱਧ ਮਨ ਸਭ ਨੂੰ ਮਿਲੀ ਹੋਈ ਨਾ, ਚੇਤਨ ਸ਼ਕਤੀ ਸਭ ਦੇ ਕੋਲ। ਹੁਣ ਸਦਵਰਤੋਂ ਕੋਈ ਨਾ ਕਰੇ ਤੇ ਕੀ ਕਰੀਏ? ਇਸੇ ਨੂੰ ਕਹਿੰਦੇ ਹਾਥ ਦੀਪ ਕੁਐਂ ਪਰ ਹੈ। ਸਭ ਕੁਛ ਹੈ ਪਰ ਸਭ ਕੁਛ ਦੀ ਵਰਤੋਂ ਹੀ ਨਹੀਂ ਕਰਨੀ ਆ ਰਹੀ। ਔਰ ਉਹੀ ਅਸਾਂ ਸਤਿਗੁਰੂ ਦੇ ਕੋਲ ਮਿਲਣ ਦਾ ਮਤਲਬ ਕੋਈ ਸਰੀਰਕ ਤਾਣਾ ਬਾਣਾ ਨਹੀਂ ਬਦਲਣਾ। ਸਤਿਗੁਰੂ ਨੂੰ ਮਿਲਣ ਦਾ ਮਤਲਬ ਹੈ ਕਿ ਸਾਡਾ ਚੇਤਨ ਪੱਖ ਬਦਲ ਜਾਏਗਾ। ਅਸੀਂ ਸੋਚਦੇ ਹਾਂ ਕਿ ਅਸੀਂ ਸਤਿਗੁਰੂ ਨੂੰ ਮਿਲ ਗਏ, ਧਰਮ ਪਰਿਵਰਤਨ ਹੋ ਗਿਆ, ਅਸੀਂ ਆਹ ਕਰ ਲਾਂਗੇ, ਆਹ ਕਰ ਲਾਂਗੇ, ਸਾਡਾ ਖਾਣਾ ਪੀਣਾ ਬਦਲ ਜਾਏਗਾ, ਕੱਪੜੇ ਬਦਲ ਜਾਏਗੇ, ਪੂਜਾ ਦਾ ਢੰਗ ਬਦਲ ਜਾਏਗਾ, ਸਾਡੇ ਜੋ ਧਾਰਮਿਕ ਸਥਾਨ ਨੇ ਇਹ ਬਦਲ ਲਾਂਗੇ, ਇਹਦੇ ਨਾਲ ਤਰੱਕੀ ਹੋ ਜਾਏਗੀ। ਨਾ ਭਾਈ, ਅਸੀਂ ਇੱਥੇ ਹੀ ਖੜੇ ਰਹਾਂਗੇ। ਅਗਰ ਬਦਲਾਵ ਕਰਨਾ ਹੈ ਤਾਂ ਆਪਣੇ ਮਨ ਦਾ ਕਰੀਏ, ਬਦਲਣਾ ਹੈ ਤਾਂ ਆਪਣੇ ਧਿਆਨ ਨੂੰ ਬਦਲੀਏ, ਬਦਲਣਾ ਹੈ ਤਾਂ ਆਪਣੇ ਵਿਚਾਰ ਨੂੰ ਬਦਲੀਏ, ਬਦਲਣਾ ਹੈ ਤਾਂ ਆਪਣੇ ਆਪ ਨੂੰ ਬਦਲੀਏ। ਔਰ ਗੁਰੂ ਕੋਲ ਪਹੁੰਚ ਕੇ ਸਾਡੇ ਇਸੇ ਆਪੇ ਨੂੰ ਹੀ ਤੇ ਬਦਲਿਆ ਜਾਂਦਾ ਹੈ। ਅੱਜ ਵੀ ਬੜਾ ਪਿਆਰਾ ਬਚਨ ਜੀ ਦੀ ਗੱਲ ਆਪਾਂ ਸਾਂਝੀ ਕਰ ਰਹੇ ਹਾਂ। ਜਿਨ ਕਉ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ। ਭੇਟਿਆ ਦਾ ਮਤਲਬ ਹੁੰਦਾ ਮਿਲ ਪੈਣਾ, ਭੇਟ ਕਰਨਾ। ਇਹ ਪੁਰਾਣਾ ਸ਼ਬਦ ਹੈ ਜੋ ਹੌਲੀ ਹੌਲੀ ਅੱਜ ਸਾਡੇ 'ਚੋਂ ਭੇਟ ਕਰਨਾ ਹੌਲੀ ਹੌਲੀ ਬਦਲਦਾ ਜਾ ਰਿਹਾ। ਮੀਟਿੰਗ ਕਰਨ 'ਚ ਆ ਕੇ, ਮੁਲਾਕਾਤ ਕਰਨ 'ਚ ਆ ਕੇ, ਸਮੇਂ ਦੇ ਨਾਲ ਸ਼ਬਦਾਂ ਦੇ ਥੋੜ੍ਹੇ ਥੋੜ੍ਹੇ ਭਾਵ ਬਾਹਰਲੇ ਅੱਖਰਾਂ ਦੇ ਬਦਲ ਜਾਂਦੇ ਨੇ। ਅੱਜ ਅਸੀਂ ਕੀ ਕਹਿੰਦੇ ਹਾਂ? ਅਸੀਂ ਕਿਸੇ ਨੂੰ ਮਿਲਣ ਜਾਣਾ, ਹੁਣ ਇਹ ਤਾਂ ਨਹੀਂ ਕਹਿੰਦੇ ਅਸੀਂ ਭੇਟ ਕਰਨ ਜਾਣਾ। ਅਸੀਂ ਭੇਟ ਕਰਨਾ ਸ਼ਬਦ ਭੁੱਲ ਗਏ ਹਾਂ ਜਾਂ ਸਾਡੇ ਬੋਲ ਚਾਲ 'ਚੋਂ ਨਿਕਲ ਗਏ ਹੈ। ਅੱਜ ਅਸੀਂ ਕਿਸੇ ਨਾਲ ਮੁਲਾਕਾਤ ਕਰਨ ਜਾਣਾ ਹੈ, ਕਿਸੇ ਨਾਲ ਸਾਡੀ ਮੀਟਿੰਗ ਹੈ, ਅਸੀਂ ਕਿਸੇ ਨੂੰ ਮਿਲਣ ਜਾਣਾ, ਧਾਰਮਿਕ ਖੇਤਰ ਦਰਸ਼ਨ ਕਰਨ ਜਾਣਾ। ਪੁਰਾਣਾ ਸ਼ਬਦ ਸੀ ਭੇਟ ਕਰਨ ਜਾਣਾ। ਸਾਡੀ ਤੁਹਾਡੀ ਭੇਟ ਅੱਜ ਵੀ ਹਿੰਦੀ 'ਚ ਕਿਤੇ ਕਿਤੇ ਸ਼ਬਦ ਵਰਤਿਆ ਜਾਂਦਾ ਹੈ। ਸਾਡੀ ਤੁਹਾਡੀ ਭੇਂਟ ਕਦੋਂ ਹੋਈ? ਮੁਲਾਕਾਤ ਕਦੋਂ ਹੋਈ? ਗੁਰੂ ਦੇ ਨਾਲ ਕੀ ਭੇਂਟ ਹੋਈ ਕਿ ਨਹੀਂ ਹੋਈ? ਭੇਂਟ ਦੇ ਵਕਤ ਜੋ ਵਸਤੂ ਆਦਾਨ ਪ੍ਰਦਾਨ ਕੀਤਾ ਉਹਨੂੰ ਭੇਟਾ ਕਿਹਾ ਜਾਂਦਾ ਸੀ। ਜਦੋਂ ਆਪਸ ਵਿੱਚ ਮਿਲਣਾ ਅਤੇ ਸਤਿਕਾਰ ਦੇ ਨਾਲ ਅਸਾਂ ਇੱਕ ਦੂਜੇ ਨੂੰ ਕੁਛ ਦੇਣਾ, ਉਹਨੂੰ ਭੇਟਾ ਕਹਿੰਦੇ। ਅੱਜ ਸਾਨੂੰ ਭੇਟਾ ਦਾ ਸ਼ਬਦ ਤੇ ਚੇਤੇ ਆ, ਕਿਉਂਕਿ ਸਾਡੇ ਤਾਂ ਮੰਦਰਾਂ 'ਚ, ਸਾਡੇ ਗੁਰਦੁਆਰਾ ਸਾਹਿਬਾਨ 'ਚ ਭੇਟਾ ਦਾ ਬਹੁਤ ਜ਼ਿਆਦਾ ਪ੍ਰਚਲਨ ਹੈ। ਇਸ ਕਰਕੇ ਭੇਟਾ ਤੇ ਸਾਡੇ ਧਿਆਨ ਵਿੱਚ ਹੈ। ਅਤੇ ਭੇਟਾ ਦਾ ਰੂਪ ਇਹ ਬਣ ਗਿਆ ਕਿ ਅਸੀਂ ਆਪਣੇ ਗੁਰੂ ਕਰਤੇ ਦੇ, ਆਪਣੇ ਇਸ਼ਟ ਭਗਵਾਨ ਦੇ ਸਨਮੁਖ ਮੱਥਾ ਟੇਕਣ ਲੱਗਿਆਂ ਕੁਛ ਨਾ ਕੁਛ ਰੱਖ ਕੇ ਮੱਥਾ ਟੇਕਣਾ, ਇਹ ਸਾਡੀ ਭੇਟਾ ਹੈ। ਭੇਟਾ ਤੇ ਦੇ ਦਿੱਤੀ, ਪਰ ਕੀ ਭੇਂਟ ਵੀ ਕੀਤੀ? ਕਦੇ ਸਮਝ ਕੇ ਠਹਿਰ ਕੇ ਦੇਖਣਾ ਆਪਣੇ ਆਪ ਨੂੰ। ਆਪ ਤੇ ਸਮਗਰ ਪੜ੍ਹੇ ਲਿਖੇ ਹੋ। ਭੇਟਾ ਦਿੱਤੀ ਜੇ ਕਿ ਮਿਲੇ ਵੀ ਜੇ। ਅਸਾਂ ਦੀ ਉਮਰਾਂ ਲੰਘ ਚੱਲੀਆਂ ਨੇ, 50-50 ਸਾਲ ਹੋ ਗਏ ਸਾਨੂੰ, ਪਰ ਕਦੇ ਠਹਿਰ ਕੇ ਸੋਚੀਏ। ਆਉਂਦੇ ਹਾਂ ਸਮੇਂ ਮੁਤਾਬਕ ਹਰ ਕੋਈ ਭੇਟਾ ਦੇ ਦਿੰਦਾ ਹੈ। ਭੇਟਾ ਦਿੱਤੀ ਹੈ, ਪਰ ਕੀ ਜਿਸ ਨੂੰ ਭੇਟਾ ਦਿੱਤੀ ਉਹ ਕਦੇ ਭੇਂਟ ਵੀ ਹੋਈ ਹੈ? ਅਤੇ ਸ਼ਾਇਦ ਜਵਾਬ ਅੰਦਰਲਾ ਕਹੇਗਾ ਨਹੀਂ, ਅਜੇ ਤੇ ਗੱਲ ਨਹੀਂ ਬਣੀ। ਭੇਟਾ ਹੀ ਦਿੰਦੇ ਆਏ ਹਾਂ, ਭੇਟ ਤੇ ਨਹੀਂ ਹੋਈ। ਕਿਉਂਕਿ ਹੁਣ ਇੱਕ ਗੱਲ ਹੋਰ ਦੱਸੀ ਗਈ ਹੈ, ਜਿਸ ਨੂੰ ਭੇਟਾ ਦੇ ਰਹੇ ਹੋ ਉਹ ਸ਼ਬਦ ਰੂਪ ਹੈ, ਆਦਰਸ਼ ਹੈ, ਉਹਦੇ ਨਾਲ ਭੇਟ ਕਿਵੇਂ ਹੋਏਗੀ? ਅਸੀਂ ਇੱਕ ਦੂਜੇ ਨੂੰ ਤਾਂ ਠੀਕ ਹੈ ਮਿਲ ਲਵਾਂਗੇ, ਗੁਰੂ ਨੂੰ ਕਿਵੇਂ ਮਿਲੋਗੇ? ਕਿਉਂਕਿ ਗੁਰੂ ਨੂੰ ਮਿਲਣ ਵਾਸਤੇ ਸਾਨੂੰ ਕੁਛ ਹੋਰ ਕਰਨ ਦੀ ਜ਼ਰੂਰਤ ਹੈ। ਸਰੀਰਕ ਮੰਡਲ ਤੋਂ ਅੱਗੇ ਜਾਣ ਦੀ ਜ਼ਰੂਰਤ ਹੈ, ਕਿਉਂਕਿ ਗੁਰੂ ਸਰੀਰ ਨਹੀਂ ਹੈ। ਗੁਰੂ ਨਿਰਾਕਾਰ ਹੈ, ਨਿਰੰਕਾਰ ਹੈ, ਸ਼ਬਦ ਸਰੂਪ ਹੈ। ਇਸ ਕਰਕੇ ਪਿਆਰਿਓ, ਗੁਰੂ ਨੂੰ ਮਿਲਣ ਵਾਸਤੇ ਸਰੀਰਕ ਅਵਸਥਾ ਤੋਂ ਅੱਗੇ ਟੱਪ ਕੇ ਮਨ ਦੀ ਅਵਸਥਾ 'ਤੇ ਜਾਣਾ ਪੈਣਾ, ਕਿਉਂਕਿ ਗੁਰੂ ਨਾਲ ਭੇਂਟ
ਮਨ ਕਰਕੇ ਹੋਏਗੀ, ਸਰੀਰ ਕਰਕੇ ਨਹੀਂ ਹੋਏਗੀ। ਸਰੀਰ ਕਰਕੇ ਸੰਗਤ ਹੋਏਗੀ, ਸੰਗਤ 'ਚ ਬੈਠਾਂਗੇ, ਭੋਜਨ ਪ੍ਰਸ਼ਾਦਾ ਵੀ ਖਾ ਲਾਂਗੇ, ਪ੍ਰਸ਼ਾਦ ਵੀ ਮਿਲ ਜਾਏਗਾ, ਸਰਦੀ ਗਰਮੀ ਤੋਂ ਨਿੱਕ ਬਚਾਓ ਵੀ ਹੋ ਜਾਏਗਾ। ਸਰੀਰ ਕਰਕੇ ਹੋਏਗਾ, ਆਰਾਮ ਮਿਲ ਜਾਏਗਾ। ਪਰ ਭੇਟ ਜਿਹੜੀ ਹੈ ਉਹ ਮਾਨਸਿਕ ਲੈਵਲ 'ਤੇ ਹੋਏਗੀ, ਅਤੇ ਭੇਟ ਮਨ ਕਰਕੇ ਵੀ ਚੇਤਾ ਰੱਖਣਾ ਨਹੀਂ ਹੋਣਾ ਜੇ। ਬਹੁਤ ਤੀਬਰ ਮਨ ਰੱਖਣ ਵਾਲੇ ਜਿਹਨੂੰ ਆਪਾਂ ਦਾਰਸ਼ਨਿਕ ਕਹਿੰਦੇ ਨੇ, ਮਨੀਸ਼ ਵੀ ਭੇਟ ਨਹੀਂ ਕਰ ਪਾਏ, ਕਿਉਂਕਿ ਗੁਰੂ ਦੇ ਨਾਲ ਭੇਟ ਸੁਰਤ ਕਰਕੇ ਹੁੰਦੀ ਜੀ। ਭੇਟ ਸਾਡੀ ਹੋਣੀ ਆ, ਅਸੀਂ ਦੇ ਪਿੱਛੇ ਆ। ਜਿਵੇਂ ਸਰੀਰ ਤੌਰ 'ਤੇ ਹੱਥ ਪੈਰ ਸਾਡੇ ਅੰਗ ਕੰਮ ਕਰਦੇ ਨੇ, ਸਰੀਰਕ ਤੌਰ 'ਤੇ ਸਾਡੀਆਂ 5 ਕਰਮ ਇੰਦਰੀਆਂ ਨੇ, ਇਸੇ ਤਰ੍ਹਾਂ ਸਾਡੇ ਅੰਦਰੂਨੀ ਪੱਖ ਦੇ ਵਿੱਚ ਵੀ ਸਾਡੇ ਕੋਲ ਕੁਝ ਚੀਜ਼ਾਂ ਨੇ ਜਿਨ੍ਹਾਂ ਦੀ ਸਦ ਵਰਤੋਂ ਕਰਨੀ ਹੈ। ਅੱਜ ਅਸੀਂ ਆਪਣੇ ਹੱਥਾਂ ਦੀ ਵਰਤੋਂ ਕਰਦੇ ਹਾਂ, ਪੈਰਾਂ ਦੀ ਵਰਤੋਂ ਕਰਦੇ ਹਾਂ, ਅਤੇ ਯਾਤਰਾ ਕਰਦੇ ਹਾਂ, ਕੰਮ ਕਰਦੇ ਹਾਂ, ਅੱਖਾਂ ਦੀ ਵਰਤੋਂ ਸਦਕੇ ਦੇਖਦੇ ਹਾਂ। ਠੀਕ ਇਸੇ ਤਰ੍ਹਾਂ ਸਾਨੂੰ ਮਨ ਦੀ ਵਰਤੋਂ ਕਰਨੀ ਚਾਹੀਦੀ ਹੈ, ਸਾਨੂੰ ਸਾਡੀ ਮੱਤ ਦੀ ਵਰਤੋਂ ਕਰਨੀ ਚਾਹੀਦੀ ਹੈ, ਸਾਡੀ ਬੁੱਧੀ ਦੀ, ਅਤੇ ਭਾਈ ਸਾਡੀ ਸੁਰਤ ਦੀ ਵਰਤੋਂ ਵੀ ਤਾਂ ਅਸਾਂ ਹੀ ਕਰਨੀ ਹੈ ਨਾ। ਅਸੀਂ ਸੁਰਤ ਦੀ ਤਾਂ ਗੱਲ ਹੀ ਨਹੀਂ ਕਰਦੇ, ਕਿਤੇ ਕਿਤੇ ਮਨ ਦੀ ਗੱਲ ਹੈ, ਕਿਤੇ ਬੁੱਧੀ ਦੀ ਗੱਲ ਹੈ। ਬਸ ਮਨ ਅਤੇ ਬੁੱਧ ਦੀ ਗੱਲ ਤਾਂ ਠੀਕ ਹੈ। ਜਿੰਨੇ ਵਿਦਿਆਲੇ ਨੇ ਉਹ ਬੁੱਧੀ ਦੀ ਗੱਲ ਤਾਂ ਕਰਦੇ ਨੇ, ਬੁੱਧੀਮਾਨਤਾ ਦੀ ਗੱਲ ਕਰਦੇ ਨੇ, ਬੁੱਧੀਜੀਵੀ ਪੈਦਾ ਹੋ ਰਹੇ ਨੇ, ਪਰ ਸੁਰਤਵਾਨ, ਸੁਰਤੀ ਦੇ ਮਾਲਕ, ਸੁਰਤ ਦੇ ਚੇਤਨ ਸਰੂਪ ਮਨੁੱਖ ਨਹੀਂ ਬਣ ਰਹੇ, ਕਿਉਂਕਿ ਉੱਥੇ ਇਹਨਾਂ ਦਾ ਚਰਚਾ ਨਹੀਂ ਹੋ ਰਿਹਾ। ਭੇਟਾ ਜਿਹੜੀ ਆ ਉਹ ਪਦਾਰਥ ਕਰਕੇ ਹੈ, ਅਤੇ ਭੇਂਟ ਜਿਹੜੀ ਆ ਸੁਰਤ ਕਰਕੇ ਹੈ। ਇਹ ਸਮਝ ਸਕੀਏ, ਭੇਟਾ ਪਦਾਰਥ ਕਰਕੇ ਹੈ ਅਤੇ ਭੇਂਟ ਸੁਰਤ ਕਰਕੇ ਹੈ। ਸੁਰਤ ਨੇ ਵੀ ਭੇਟ ਉਦੋਂ ਹੋਣੀ ਹੈ ਜਦੋਂ ਸੁਰਤ ਧੁਨ ਦੇ ਵਿੱਚ ਮਿਲੇਗੀ। ਜਦੋਂ ਭੇਟ ਪ੍ਰੇਮ 'ਚ ਹੋਵੇ ਤਾਂ ਭੇਟਾ ਸਵੀਕਾਰ ਹੁੰਦੀ ਸੀ ਕਿ ਨਾ, ਭੇਟਾ ਪ੍ਰੇਮ ਨਾਲ ਹੁੰਦੀ ਹੈ, ਅਦਬ ਨਾਲ ਰੱਖੀ ਜਾਂਦੀ ਹੈ। ਭੇਟਾ ਕਿਸ ਨੂੰ ਦੇਣੀ, ਸੁੱਟ ਕੇ ਨਹੀਂ ਦੇ ਸਕਦੇ ਨਾ, ਬੜੇ ਅਦਬ ਨਾਲ ਰਿਸਪੈਕਟੇਬਲ ਤਰੀਕੇ ਦੇ ਨਾਲ ਅਸੀਂ ਉਹਦੇ ਅੱਗੇ ਰੱਖਦੇ ਹਾਂ। ਠੀਕ ਇਸੇ ਤਰ੍ਹਾਂ ਸੁਰਤ ਅਤੇ ਗੁਰੂ ਦਾ ਮਿਲਾਪ ਉਦੋਂ ਹੋਣਾ ਹੈ ਜਦੋਂ ਸੁਰਤ ਧੁਨ ਦੇ ਨਾਲ ਸੰਮਿਲਿਤ ਹੋ ਜਾਏਗੀ, ਧੁਨ ਦੇ ਦਾਇਰੇ 'ਚ ਪ੍ਰਵੇਸ਼ ਕਰ ਜਾਏਗੀ। ਇਸੇ ਕਰਕੇ ਪਿਆਰੇ ਪੜ੍ਹਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ ਸਮਝ ਆਏ, ਪਰ ਸੁਰਤ ਧੁਨ ਦੇ ਸਦਕੇ ਸਿੱਖ ਬਣਦੀ ਹੈ। ਜਿਨ੍ਹਾਂ ਨੂੰ ਸਤਿਗੁਰੂ ਮਿਲ ਗਏ, ਹੁਣ ਸਤਿਗੁਰੂ ਦੀ ਮੁਲਾਕਾਤ ਸੁਰਤ ਕਰਕੇ ਹੈ, ਧੁਨ ਕਰਕੇ ਹੈ, ਅਤੇ ਸੁਰਤ ਜਿਹੜੀ ਉੱਚੀ ਉੱਠਦੀ ਹੈ ਉਹ ਧੁਨ ਕਰਕੇ ਉੱਠਦੀ ਹੈ। ਇਸੇ ਕਰਕੇ ਸੰਗਤ ਵਿੱਚ ਕੀਰਤਨ ਹੈ, ਕਿਉਂਕਿ ਕੀਰਤਨ ਦੇ ਸਦਕੇ ਧੁਨ ਪ੍ਰਗਟ ਹੁੰਦੀ ਹੈ। ਕਥਾ ਹੈ, ਕਥਾ ਦੇ ਸਦਕੇ ਧੁਨ ਪ੍ਰਗਟ ਹੁੰਦੀ ਹੈ। ਪਾਠ ਹੈ, ਪਾਠ ਦੇ ਸਦਕੇ ਧੁਨ ਪ੍ਰਗਟ ਹੁੰਦੀ ਹੈ। ਸੰਗਤ ਵਿੱਚ ਸਾਨੂੰ ਕਦੇ ਵੀ ਸ਼ੂਨ ਸਾਧਨਾਵਾਂ ਨਹੀਂ ਕਰਵਾਈਆਂ ਜਾਂਦੀਆਂ। ਆਪਣੇ ਕਦੇ ਅੱਜ ਤੱਕ ਵੇਖਿਆ ਕਿਸੇ ਮੁਕਾਮ 'ਤੇ ਆਖਿਆ ਬਹਿ ਜਾਓ ਜੀ, ਬਸ ਅੱਖਾਂ ਮੀਟ ਕੇ ਬਿਲਕੁਲ ਬਹਿ ਜਾਓ, ਨਹੀਂ। ਹਾਂ, ਸਾਨੂੰ ਬਿਠਾਇਆ ਜਾਂਦਾ, ਲੇਕਿਨ ਉੱਥੇ ਇੱਕ ਧੁਨ ਪ੍ਰਗਟ ਕੀਤੀ ਜਾਂਦੀ ਹੈ। ਸਾਡਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਹੈ, ਸਦਾ ਉੱਥੇ ਸ਼ਬਦ ਦੀ ਧੁਨ ਗੂੰਜਦੀ ਰਹਿੰਦੀ ਹੈ। ਕੀਰਤਨ ਦੇ ਰੂਪ ਵਿੱਚ ਸਦਾ ਧੁਨ ਗੂੰਜਦੀ ਹੈ। ਜਦੋਂ ਰਾਤਰੀ ਦੇ ਸਮੇਂ ਸੇਵਾ ਸੰਭਾਲ ਸਫਾਈਆਂ ਹੋ ਰਹੀਆਂ ਹੁੰਦੀਆਂ ਨੇ, ਆ ਵਡੇਰਿਆਂ ਨੂੰ ਪਤਾ ਹੈ, ਉਦੋਂ ਵੀ ਉੱਥੇ ਬਾਣੀ ਦੇ ਪਾਠ ਦੀ ਧੁਨ ਗੂੰਜਦੀ ਰਹਿੰਦੀ ਹੈ। ਨਹੀਂ ਤੇ ਸਤਨਾਮ ਵਾਹਿਗੁਰੂ ਦੇ ਧੁਨ ਗੂੰਜਦੀ ਰਹਿੰਦੀ ਹੈ। ਉੱਥੇ ਸ਼ਬਦ ਦੀ ਧੁਨ ਸਦਾ ਸਦਾ ਗੂੰਜਦੀ ਹੀ ਰਹਿੰਦੀ ਹੈ, ਕਿਉਂਕਿ ਇਸੇ ਕਰਕੇ ਜਿਹਨੇ ਅਭਿਆਸੀ ਨੂੰ ਪਤਾ ਹੈ ਅੱਗੇ ਪਿੱਛੇ ਸਾਡਾ ਮਨ ਟਿਕੇ ਨਾ ਟਿਕੇ, ਧਿਆਨ ਲੱਗੇ ਨਾ ਲੱਗੇ, ਜਿਹੜੇ ਕਿ ਰਸਕ ਨੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਚੰਦਰ ਪਹੁੰਚਦੇ ਪਹੁੰਚਦੇ ਟਿਕਣ ਲੱਗ ਪੈਂਦੇ ਨੇ, ਘੰਟਿਆਂ ਬੱਧੀ ਬੈਠੇ ਰਹਿੰਦੇ ਨੇ। ਜਿਹੜੇ ਕਈ ਤਾਂ ਐਸੇ ਐਸੇ ਦੇਖੇ ਨੇ ਜਿਹੜੇ ਇੱਥੇ 10 ਮਿੰਟ ਬਾਅਦ ਵੀ ਸਰੀਰ ਕਹਿੰਦੇ ਨਹੀਂ, ਥੱਕ ਗਏ, ਗੋਡੇ ਮੋਢੇ ਉਹਨੂੰ ਸਾਥ ਨਹੀਂ ਦਿੰਦੇ, ਉੱਥੇ ਘੰਟਿਆਂ ਬੱਧੇ ਬੈਠੇ ਰਹਿੰਦੇ ਨੇ, ਕਿਉਂਕਿ ਉੱਥੇ ਉਹ ਸਰੀਰ ਦੀ ਪਕੜ ਤੋਂ ਉੱਚੇ ਉੱਠ ਜਾਂਦੇ ਨੇ, ਉਸ ਧੁਨ ਦੇ ਖੇਤਰ ਅਤੇ ਸੁਰਤ ਦੇ ਮੰਡਲਾਂ 'ਚ ਚੜ੍ਹ ਜਾਂਦੇ ਨੇ। ਕਿਤੇ ਗੁਰ ਕਿਰਪਾ ਕਰਨ ਸਾਨੂੰ ਇਸ ਅਵਸਥਾ ਮਿਲ ਸਕੇ। ਅੱਜ ਕੁਝ ਪਹਿਚਾਨਾਂ ਨੇ, ਕੋਈ ਦਰਸ਼ਨ ਨੇ ਜਿਨ੍ਹਾਂ ਨੂੰ ਸਤਿਗੁਰੂ ਭੇਟਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਦੀ ਮੁਲਾਕਾਤ ਹੋ ਜਾਂਦੀ ਹੈ, ਜਿਹੜੇ ਸਤਿਗੁਰੂ ਦੇ ਦਰਸ਼ਨ ਕਰ ਲੈਂਦੇ ਨੇ। ਜਿਵੇਂ ਆਪਾਂ ਕਹਿੰਦੇ ਨਾ, ਤੇਰਾ ਦਰਸ਼ਨ ਦੇਖ ਦੇਖ ਜੀਵਾ, ਗੁਰੂ ਕਾ ਦਰਸ਼ਨ ਦੇਖ ਦੇਖ ਜੀਵਾ।
ਕਦੇ ਗੁਰੂ ਕੇ ਦਰਸ਼ਨ ਨੂੰ ਸਮਝ ਸਕੀਏ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਜੋ ਕੁਝ ਦਿਸਦਾ ਤੇ ਅਸੀਂ ਤੁਸੀਂ ਇੱਕ ਦੂਜੇ ਨੂੰ ਦਿਸਦੇ ਹਾਂ, ਰੂਪ ਰੰਗ ਦੇ ਇੱਕ ਦੂਜੇ ਨੂੰ ਦਿਸਦੇ ਨੇ। ਇਸ ਰੂਪ ਰੰਗ ਦੇ ਵਿੱਚੋਂ ਅਸਾਂ ਤੁਸਾਂ ਦੀ ਬਣਤਰ ਦੇ ਵਿੱਚੋਂ ਕਿਤੇ ਸਾਨੂੰ ਸਤਿਗੁਰ ਦੀ ਸਮਝ ਆ ਜਾਏ। ਇਹ ਸਤਿਗੁਰ ਦਾ ਖੇਲ ਹੈ, ਇਹ ਸਤਿਗੁਰ ਦੀ ਰਚਨਾ ਹੈ। ਪਿਛਲੇ 2-3 ਦਿਨਾਂ ਤੁਸੀਂ ਸਮਝ ਰਿਹਾ, ਇਹ ਸਾਰਾ ਕੁਝ ਸਤਿਗੁਰ ਦੀ ਬਣਤਰ ਹੀ 'ਤੇ ਹੈ। ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹੋ, ਇਹ ਹਰ ਕਾ ਰੂਪ ਹੈ, ਇਹ ਹਰਿ ਕਾ ਰੂਪ ਹੈ, ਅਤੇ ਜਿਨ੍ਹਾਂ ਦੀ ਭੇਟ ਇਸ ਮੰਡਲਾਂ 'ਚ ਹੋ ਜਾਂਦੀ ਹੈ। ਹੁਣ ਉਹ ਕੀ ਕਰਦੇ ਨੇ, ਕਿਵੇਂ ਪਹਿਚਾਣ ਹੋਵੇ ਕਿ ਸਤਿਗੁਰ ਦੀ ਭੇਟ ਹੈ? ਸਾਡੇ 'ਚੋਂ ਕਿਸੇ ਦੇ ਬਾਰੇ ਤਾਂ ਅਸੀਂ ਕੋਈ ਵਿਆਖਿਆ ਕਰ ਨਹੀਂ ਸਕਦੇ। ਸਾਡੇ ਕੋਲ ਇਤਨਾ ਮਾਨਸਿਕ ਮੰਡਲ ਤੀਬਰ ਅਤੇ ਬਾਰੀਕ ਨਹੀਂ ਹੈ ਕਿ ਅਸੀਂ ਇੱਕ ਦੂਜੇ ਦੇ ਮਨਾਂ ਦੀ ਵਿਆਖਿਆ ਕਰ ਦਈਏ, ਦੂਜੇ ਦੇ ਬਾਰੇ ਕੁਝ ਕਹਿ ਸਕੀਏ। ਅਸੀਂ ਜਦੋਂ ਵੀ ਦੂਜੇ ਦੇ ਬਾਰੇ ਕੁਝ ਕਹਾਂਗੇ, ਉਹਦੇ ਲਿਬਾਸ ਬਾਰੇ, ਉਹਦੇ ਮਾਤਾ ਪਿਤਾ ਬਾਰੇ, ਭੈਣ ਭਰਾਵਾਂ ਬਾਰੇ, ਉਹਦੇ ਪਰਿਵਾਰਕ ਵਪਾਰਕ ਆਰਥਿਕ ਮੰਡਲਾਂ ਦੀ ਵਿਆਖਿਆ ਕਰਾਂਗੇ, ਵੱਧ ਤੋਂ ਵੱਧ ਉਹਦੇ ਸੁਭਾਅ ਬਾਰੇ ਦੱਸ ਦਿਆਂਗੇ। ਪਰ ਉਹਦਾ ਮਾਨਸਿਕ ਮੰਡਲ ਕੈਸਾ ਹੈ, ਉਹਦੀ ਚੇਤਨ ਪੱਖ ਕੈਸਾ ਹੈ, ਕੀ ਉਹਦੇ ਅੰਦਰ ਸ਼ਾਂਤੀ ਹੈ, ਦੁੱਖ ਹੈ, ਨਹੀਂ ਦੱਸ ਪਾਵਾਂਗੇ। ਹਾਂ, ਆਪਣੀ ਗੱਲ ਸਮਝ ਪਾਵਾਂਗੇ, ਕਈ ਵਾਰ ਬਿਆਨ ਵੀ ਨਹੀਂ ਕਰ ਪਾਉਂਦੇ, ਕਈ ਵਾਰ ਤਾਂ ਅਸੀਂ ਆਪਣੀ ਅਵਸਥਾ ਨੂੰ ਵੀ ਸਹੀ ਬਿਆਨ ਨਹੀਂ ਕਰ ਪਾਉਂਦੇ, ਪਰ ਫਿਰ ਵੀ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਸਮਝ ਸਕੀ। ਜਦੋਂ 2-3 ਕੰਮ ਹੋਣ ਲੱਗ ਪਏ, ਸਮਝ ਲਾਂ ਸਤਿਗੁਰੂ ਨਾਲ ਮੁਲਾਕਾਤ ਹੋਈ, ਪਰ ਪਤਾ ਹੀ ਨਹੀਂ ਲੱਗਾ। ਪਰ ਸਤਿਗੁਰ ਦੀ ਮੁਲਾਕਾਤ ਦਾ ਨਤੀਜਾ ਤਾਂ ਮਿਲਦਾ ਹੈ ਨਾ। ਜਿਵੇਂ ਅਸੀਂ ਪਹਾੜਾਂ 'ਤੇ ਜਾਵਾਂਗੇ ਮਈ ਜੂਨ ਵਿੱਚ, ਅਤੇ ਠੰਡਕ ਤਾਂ ਮਿਲੇਗੀ ਨਾ। ਹੁਣ ਜੇ ਸਾਨੂੰ ਠੰਡਕ ਮਿਲ ਰਹੀ ਹੈ ਅਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਅਸੀਂ ਪਹਾੜ 'ਤੇ ਹਾਂ, ਅਸੀਂ ਉਚਾਈ 'ਤੇ ਹਾਂ, ਅਸੀਂ ਹਾਈਟ 'ਤੇ ਹਾਂ। ਹੁਣ ਉੱਥੇ ਮਾਹੌਲ ਠੰਡਾ ਹੈ, ਸਾਨੂੰ ਠੰਡਕ ਮਿਲ ਰਹੀ ਹੈ। ਬਿਨਾਂ ਪੱਖਾ ਚਲਾਇਆ ਮੈਦਾਨ ਤੁਰੇ ਫਿਰਦੇ ਹਾਂ ਵੀ ਸਾਨੂੰ ਠੰਡਕ ਮਹਿਸੂਸ ਹੁੰਦੀ ਹੈ। ਫਿਰ ਕਹਿਣ ਦੀ ਲੋੜ ਨਹੀਂ ਕਿ ਅਸੀਂ ਪਹਾੜਾਂ 'ਤੇ ਹੀ ਹਾਂ, ਭਾਵੇਂ ਸਾਨੂੰ ਪਤਾ ਲੱਗਾ ਅਤੇ ਭਾਵੇਂ ਨਹੀਂ ਲੱਗਾ, ਕਿਉਂਕਿ ਉੱਥੇ ਖਲੋਤੇ ਨਹੀਂ ਲੱਗਦਾ ਕਿ ਅਸੀਂ ਪਹਾੜਾਂ 'ਤੇ ਹਾਂ। ਉੱਥੇ ਤਾਂ ਮੈਦਾਨ ਫਿਰ ਜ਼ਮੀਨ ਇੱਕੋ ਜਿਹੀ ਲੱਗਦੀ ਹੈ। ਕੁਝ ਉਚਾਈ ਨੀਚਾਈ ਦਾ ਭੇਦ ਛੱਡ ਦਈਏ, ਜ਼ਮੀਨ ਤਾਂ ਉੱਥੇ ਵੀ ਇੱਦਾਂ ਦੀ ਹੈ, ਪਰ ਉੱਥੋਂ ਦਾ ਅਭਿਆਸ, ਉੱਥੋਂ ਦਾ ਵਰਤੋਂ, ਅਨੁਭਵ ਅਲੱਗ ਹੈ। ਇਸੇ ਤਰ੍ਹਾਂ ਜਦੋਂ ਅਨੁਭਵ ਬਦਲੇ ਅਤੇ ਸਮਝਣਾ, ਅਨੁਭਵ 'ਚ ਬਦਲਾਵ ਕੀ ਹੋਏਗਾ? ਜਿਨ ਕੋ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਸਤਿਗੁਰੂ ਦੀ ਭੇਟ ਹੁੰਦੀ ਹੈ, ਜਿਹਨੂੰ ਸਤਿਗੁਰੂ ਦਾ ਦਰਸ਼ਨ ਹੁੰਦਾ ਹੈ, ਪਹਿਲੀ ਸ਼ਰਤ, ਪਹਿਲੀ ਪਹਿਚਾਣ ਹੁੰਦੀ ਹੈ, ਸੇ ਉਹ ਜੀ ਹਰ ਕੀਰਤ ਸਦਾ ਕਮਾਹੇ। ਉਹਨਾਂ ਦਾ ਧਿਆਨ ਹਰ ਵੇਲੇ ਪ੍ਰਭੂ ਦੀ ਕੀਰਤੀ 'ਚ ਲੱਗਾ ਰਹਿੰਦਾ ਜੀ। ਜਿਸ ਦਿਨ ਆਪਣਾ ਮਨ ਚਾਹੇ ਕਿ ਮੈਂ ਕੀਰਤਨ ਸੁਣਦਾ ਰਹਾਂ, ਕੀਰਤਨ ਹੀ ਕੀਰਤਨ ਮੇਰੇ ਆਲੇ ਦੁਆਲੇ ਹੁੰਦਾ ਰਹੇ, ਤੁਰੇ ਫਿਰਦਿਆਂ ਕੋਈ ਗੁਰਬਾਣੀ ਤੁਕ ਬਾਰੰਬਾਰ ਪੜ੍ਹਨ ਨੂੰ ਚਿੱਤ ਕਰ ਆਏ, ਸਮਝ ਲੈਣਾ ਅੱਜ ਸਤਿਗੁਰ ਦੀ ਨਿਕਟਤਾ ਮਿਲੀ ਹੈ। ਕਿਉਂਕਿ ਸਤਿਗੁਰ ਦੇ ਕੋਲ ਜੋ ਨਿਕਟ ਹੈ ਉਹੀ ਮਿਲੇਗਾ ਨਾ। ਫਿਰ ਦੁਹਰਾਦੇ ਹਾਂ, ਪਹਾੜਾਂ 'ਤੇ ਜਾਵਾਂਗੇ ਠੰਡਕ ਮਿਲੇਗੀ, ਦੀਪਕ ਦੇ ਕੋਲ ਬੈਠਾਂਗੇ ਰੋਸ਼ਨੀ ਮਿਲੇਗੀ। ਅਤੇ ਜੇ ਰੋਸ਼ਨੀ ਮਿਲ ਰਹੀ ਹੈ ਤਾਂ ਮਤਲਬ ਕੋਈ ਦੀਵਾ ਦਿਸਦਾ ਕਿ ਨਹੀਂ ਦਿਸਦਾ, ਕੋਈ ਮਾਇਨੇ ਨਹੀਂ, ਦੀਵੇ ਦੀ ਰੋਸ਼ਨੀ ਤਾਂ ਮਿਲ ਰਹੀ ਹੈ ਨਾ। ਇਸੇ ਤਰ੍ਹਾਂ ਗੁਰੂ ਕਾ ਸ਼ਬਦ ਮਿਲ ਰਿਹਾ ਹੈ ਸਾਨੂੰ, ਬਾਰ-ਬਾਰ ਅੰਦਰ ਚਿੱਤ ਕਰਦਾ, ਬਹਿ ਜਾ ਭਾਈ ਪੜ੍ਹ ਲੈ, ਚਿੱਤ ਕਰਦਾ ਬਾਰ-ਬਾਰ ਕੋਈ ਸ਼ਬਦ ਪੜ੍ਹਨ ਨੂੰ। ਜਿਸ ਦਿਨ ਕਿਤੇ ਕੰਮ ਕਰਦੇ ਹਾਂ ਜਾਂ ਫੁਰਸਤ ਪਾ ਕੇ ਬੈਠੇ ਹਾਂ, ਉੱਠਦੇ ਹਾਂ, ਚਿੱਤ ਕਰੇ ਮਨਾ ਬਹਿ, ਥੋੜ੍ਹਾ ਜਿਹਾ ਪਾਠ ਕਰ ਲਈਏ, ਕੋਈ ਸ਼ਬਦ ਚੇਤੇ ਹੈ ਮਨਾ ਬਹਿ ਜਾ, 2 ਵਾਰ ਪੜ੍ਹ ਲਈਏ, ਜਪ ਲਈਏ। ਉਹ ਤੁਕਾਂ ਬਾਰ-ਬਾਰ ਚਿੰਤਨ 'ਚ ਅਭਿਆਸੀ 'ਚ ਮੰਨਦੇ ਨੇ। ਜਿਸ ਦਿਨ ਆਪਣੇ ਆਪ ਤੁਹਾਡੀ ਚੇਤਨਾ 'ਚ ਤੁਕਾਂ ਗੂੰਜ ਰਹੀ ਆਉਣ, ਕਦੇ ਗੁਰ ਕਿਰਪਾ ਕਰੇ ਸਾਡਾ ਐਸਾ ਅਨੁਭਵ ਕਦੇ ਹੋਏ ਕਿ ਸਾਡੀ ਅੱਖ ਖੁੱਲ੍ਹੇ ਅਤੇ ਸਾਡੀ ਰਸਨਾ ਅਤੇ ਸਾਡੀ ਚੇਤਨਤਾ 'ਚ ਕੋਈ ਗੁਰੂ ਸ਼ਬਦ ਦੀ ਤੁਕ ਹੋਵੇ, ਅੱਖਾਂ ਖੁੱਲ੍ਹਣ, ਜਾਗ 'ਚ ਉਤਰੇ, ਨੀਂਦ ਜੇ ਦੌਰ 'ਚੋਂ ਬਾਹਰ ਨਿਕਲੇ, ਚੇਤਨਾ ਆਈ ਤਾਂ ਲੱਗੇ ਕਿ ਮੈਂ ਤਾਂ ਕੋਈ ਬਾਣੀ ਪੜ੍ਹਦਾ ਸਾਂ। ਸਮਝ ਲਾਂ ਉਸ ਦਿਨ ਤੁਸੀਂ ਸੁੱਤੇ ਪਏ ਵੀ ਆਪਣੇ ਗੁਰੂ ਦੇ ਮੰਡਲਾਂ ਦੇ ਵਿੱਚੋਂ, ਜਿਹਨੂੰ ਕਹਿਣਗੇ ਸੋਵਤ ਧਿਆਈ ਹੈ। ਆਪਾਂ ਪੜ੍ਹਦੇ ਨਾ, ਊਠਤ ਬੈਠਤ ਸੋਵਤ ਧਿਆਈ ਹੈ। ਸੁੱਤਿਆਂ ਚੇਤਨ ਪੱਖ ਨਹੀਂ ਹੈ, ਪਰ ਸੁਰਤ ਕੰਮ ਕਰਦੀ ਰਹਿੰਦੀ ਹੈ। ਜਿਵੇਂ ਸਰੀਰ ਦੇ ਬਹੁਤ ਸਾਰੇ ਬਣਤਰਾਂ ਸੁੱਤਿਆਂ ਕੰਮ ਕਰਦੀਆਂ ਰਹਿੰਦੀਆਂ ਨੇ, ਇਵੇਂ ਸੁਰਤ ਵੀ ਸੁੱਤਿਆਂ ਕੰਮ ਕਰਦੀ। ਜਿਸ ਦਿਨ ਅੱਖਾਂ ਖੁੱਲ੍ਹਦਿਆਂ ਕੋਈ ਸ਼ਬਦ ਚਿੰਤਨ 'ਚ ਆ ਜਾਏ, ਅਜੇ ਅੱਖ ਖੁੱਲ੍ਹੀ, ਚੇਤਨ ਹੋਏ, ਪਤਾ ਲੱਗਾ ਕਿ ਇਹ ਸ਼ਬਦ ਪੜ੍ਹ ਰਹੇ ਹਾਂ, ਜ਼ੁਬਾਨ 'ਤੇ ਰਸਨਾ 'ਤੇ ਤੁਕ ਹੋਵੇ, ਕੋਈ ਸ਼ਬਦ ਭਾਵੇਂ ਸਤਿਨਾਮ ਵਾਹਿਗੁਰੂ ਕਿਉਂ ਨਾ ਹੋਵੇ, ਅਤੇ ਸਮਝਣਾ ਅੱਜ ਸੁਰਤ ਸ਼ਬਦ ਦੇ ਮੰਡਲਾਂ 'ਚ ਸੀ। ਤੁਰਿਆ ਫਿਰਦਾ ਚਿੱਤ ਕਰੇ, ਕੋਈ ਗਾਣੇ ਲਗਾਏ ਅਤੇ ਚਿੱਤ ਕਰੇ, ਨਹੀਂ
ਕੋਈ ਕੀਰਤਨ ਲਗਾ ਪਾਈ। ਆ ਕਦੇ ਕਦੇ ਹੁੰਦਾ ਨਾ, ਡਰਾਈਵ ਕਰਦੇ ਹਾਂ, ਦੂਸਰਾ ਸਾਥੀ ਜੀ ਕੋਈ ਗਾਣੇ ਲਗਾ ਦਿੰਦਾ ਹੈ, ਅਸੀਂ ਚੁੱਪਚਾਪ ਸੁਣਦੇ ਰਹਿੰਦੇ ਹਾਂ, ਕਹਿੰਦੇ ਠੀਕ ਹੈ, ਅਸੀਂ ਕੋਈ ਡਿਸਟਰਬ ਕਰਨਾ। ਪਰ ਜੇ ਉਹ ਸੁਣਨ ਨੂੰ ਚਿੱਤ ਨਾ ਕਰੇ ਕਿ ਨਹੀਂ ਭਾਈ ਇਸ ਨੂੰ ਬੰਦ ਕਰ, ਕੀਰਤਨ ਲਗਾ, ਸਮਝ ਲਾਂ ਤੁਸੀਂ ਉਸ ਦਿਨ ਗੁਰੂ ਦੇ ਨੇੜੇ ਹੋ। ਕਿਉਂਕਿ ਚੇਤਨਾ ਵਿੱਚ, ਚਿੰਤਨ ਦੇ ਵਿੱਚ ਉਸ ਦਿਨ ਗੁਰੂ ਸ਼ਬਦ ਦੀ ਗੂੰਜ ਪੈ ਰਹੀ ਹੈ, ਧੁਨ ਵਰਤ ਰਹੀ ਹੈ। ਕਿਉਂਕਿ ਅਸੀਂ ਉਸ ਨੂੰ ਮੇਨਟੇਨ ਨਹੀਂ ਕਰ ਪਾਉਂਦੇ, ਅਸੀਂ ਇਹਨਾਂ ਇੰਡੀਕੇਸ਼ਨਸ ਨੂੰ ਪਕੜ ਨਹੀਂ ਪਾਉਂਦੇ ਅਤੇ ਟੁੱਟ ਜਾਂਦੇ ਹਾਂ। ਅਤੇ ਡਿੱਗਣਾ ਅਤੇ ਟੁੱਟਣਾ ਤਾਂ ਬੜਾ ਆਸਾਨ ਹੈ, ਜੁੜਨਾ ਹੀ ਕਠਿਨ ਹੈ। ਹਾਈਟ 'ਤੇ ਰਹਿਣਾ ਬਹੁਤ ਕਠਿਨ ਹੈ, ਪਹੁੰਚਣਾ ਉਹਨਾਂ ਕਠਿਨ ਨਹੀਂ ਆ ਜਿੰਨਾ ਉੱਥੇ ਟਿਕੇ ਰਹਿਣਾ ਕਠਿਨ ਹੈ। ਸਮਝਣਾ ਜਿਸ ਦਿਨ ਕੀਰਤੀ ਦਾ ਮਤਲਬ ਪ੍ਰਭੂ ਕੀ ਉਸਤਤ, ਇਸੇ ਕਰਕੇ ਨਾ ਪ੍ਰਭੂ ਕੀ ਉਸਤਤ ਸਾਵਧਾਨ ਕਰਦੇ ਰਹੀ ਹੈ। ਜਿਸ ਦਿਨ ਮਨ ਵਿੱਚ ਉਸਤਤ ਆ ਜਾਏ, ਕੀਰਤ ਆ ਜਾਏ, ਸਮਝ ਲਾ ਅੱਜ ਗੁਰੂ ਕੇ ਨੇੜੇ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨਾਲ ਭੇਟ ਕੀਤੀ ਹੁੰਦੀ ਹੈ, ਜੇ ਸਤਿਗੁਰੂ ਦੀ ਭੇਟ ਕਰਦੇ ਨੇ, ਮੁਲਾਕਾਤਾਂ ਕਰਦੇ ਨੇ, ਜਿਨ੍ਹਾਂ ਨੂੰ ਸੁਰਤ ਕਰਕੇ ਗੁਰੂ ਕੇ ਦਰਸ਼ਨ ਹੁੰਦੇ ਨੇ। ਅਜੇ ਪ੍ਰਤੱਖ ਦਰਸ਼ਨ ਦੀ ਆਪਾਂ ਗੱਲ ਨਹੀਂ ਕਰ ਪਾਵਾਂਗੇ, ਕਿਉਂਕਿ ਪ੍ਰਤੱਖ ਦਰਸ਼ਨ ਬਹੁਤ ਉੱਚੀ ਅਵਸਥਾ ਹੈ, ਇਹ ਤਾਂ ਸ਼ੁਰੂਆਤੀ ਦਰਸ਼ਨ ਨੇ। ਸੇ ਹਰ ਕੀਰਤ ਸਦਾ ਕਮਾਹੇ, ਉਹ ਸਦਾ ਹੀ ਕੀਰਤਨ ਕਰਦੇ ਨੇ। ਹਰ ਵਕਤ ਵਾਜਾ ਤਬਲਾ ਤਾਂ ਨਹੀਂ ਵਜਾ ਸਕਦੇ ਨਾ, ਪਰ ਹਰ ਵਕਤ ਕੀਰਤਨ ਦਾ ਮਤਲਬ ਹੈ ਕੀਰਤੀ ਕਰਨਾ। ਹਰ ਵਕਤ ਉਹਨਾਂ ਦੇ ਮਨ 'ਚ ਹੋਰ ਕੁਝ ਨਹੀਂ, ਵਾਹਿਗੁਰੂ ਤੇਰਾ ਸ਼ੁਕਰ ਹੈ, ਇਹੀ ਭਾਵ ਬਣੇ ਰਹਿੰਦੇ ਨੇ। ਉਹ ਸ਼ੁਕਰਾਨਾ ਕਰਦੇ ਰਹਿੰਦੇ ਨੇ। ਜੋ ਪਦਾਰਥ ਵੀ ਉਹਨਾਂ ਨੂੰ ਖਾਣ ਪੀਣ ਪਹਿਨਣ ਹੰਡਾਉਣ ਨੂੰ ਮਿਲਦਾ, ਉਹਦਾ ਸ਼ੁਕਰਾਨਾ ਕਰਦੇ ਰਹਿੰਦੇ ਨੇ। ਸ਼੍ਰੀ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਜੁਗਤ ਵੀ ਦਿੱਤੀ ਹੈ ਅਤੇ ਉਸਥਾ ਦਾ ਦਰਸ਼ਨ ਵੀ ਕਰਾਇਆ। ਜੇ ਤੁਹਾਨੂੰ ਠੰਡਾ ਪਾਣੀ ਪੀਣ ਲੱਗਿਆ, ਰੱਬ ਦਾ ਸ਼ੁਕਰਾਨਾ ਚੇਤਾ ਆ ਜਾਏ, ਤੁਸੀਂ ਘਰ ਜਾਂਦੇ ਹੋ ਅਤੇ ਮੂੰਹ ਨਿਕਲਦਾ ਵਾਹਿਗੁਰੂ ਤੇਰਾ ਸ਼ੁਕਰ ਹੈ, ਸੁਖੀ ਸਾਂਦ ਘਰ ਮੁੜ ਆਏ ਹਾਂ। ਜੇ ਬੱਚੇ ਸਾਰਾ ਦਿਨ ਸਕੂਲ ਕਾਲਜ ਕੰਮ 'ਤੇ ਗਏ, ਸ਼ਾਮ ਨੂੰ ਸਮੇਂ 'ਤੇ ਸੁਖ ਸ਼ਾਂਤ ਘਰ ਆ ਗਏ, ਅਤੇ ਘਰ ਬੈਠੇ ਬਜ਼ੁਰਗਾਂ ਦੇ ਚਿੰਤਨ ਵਾਹਿਗੁਰੂ ਤੇਰਾ ਸ਼ੁਕਰ ਹੈ ਘਰ ਆਏ ਨੇ। ਜੇ ਇਸ ਤਰ੍ਹਾਂ ਕਿਤੇ ਸ਼ੁਕਰਾਨਾ ਭਾਵ ਨਿਕਲਦਾ ਹੈ ਅਤੇ ਸਮਝ ਕੀਰਤ ਸਦਾ ਕਮਾਹੇ ਦੇ ਮੰਡਲ ਵਿੱਚ ਵਿਚਰ ਰਹੇ ਹੋ। ਘੱਟ ਹੈ ਕਿ ਵੱਧ ਹੈ, ਇਹ ਥੋੜ੍ਹਾ ਬਹੁਤਾ ਭੇਤ ਹੋ ਸਕਦਾ ਹੈ, ਪਰ ਇਸ ਅਵਸਥਾ ਨੂੰ ਤੁਸੀਂ ਪ੍ਰਾਪਤ ਕਰ ਰਹੇ ਹੋ। ਅੱਜ ਇਹ ਪਹਿਚਾਨ ਆਪਣੀ ਆਪਣੀ ਦੇਖਣਾ, ਔਰ ਇਹ ਪਹਿਚਾਨ, ਇਹ ਅਵਸਥਾ ਜਿੱਥੇ ਮਿਲੇ ਅਤੇ ਇਸ ਨੂੰ ਸਾਂਭ ਕੇ ਰੱਖਣਾ। ਇਸ ਨੂੰ ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰ ਸਿਉ ਰੰਗ। ਜਿਉਂ-ਜਿਉਂ ਫਿਰ ਇਸ ਅਵਸਥਾ ਨੂੰ ਮੇਨਟੇਨ ਕਰਾਂਗੇ। ਜਿਵੇਂ ਕਿਸੇ ਨਾਲ ਸੰਬੰਧ ਬਣ ਜਾਏ ਤਾਂ ਕੀ ਕਰਦੇ ਹਾਂ, ਬਾਰ-ਬਾਰ ਮੁਲਾਕਾਤ ਕਰਦੇ ਹਾਂ, ਇੱਕ ਦੂਜੇ ਨੂੰ ਫੋਨ ਕਰਦੇ ਹਾਂ, ਹਾਲ ਚਾਲ ਪੁੱਛਦੇ ਹਾਂ, ਦੁੱਖ ਸੁੱਖ 'ਚ ਭਾਈਵਾਲ ਬਣਦੇ ਹਾਂ, ਅਤੇ ਹੌਲੀ ਹੌਲੀ ਸਾਡੀ ਮਿੱਤਰਤਾ ਗਾঢ়ੀ ਹੋ ਜਾਂਦੀ ਹੈ। ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਜਾਈਦਾ। ਅਤੇ ਜੇ ਬੋਲਚਾਲ ਬੰਦ ਹੋ ਜਾਏ, ਫੋਨ ਬੰਦ ਹੋ ਜਾਏ, ਹੌਲੀ ਹੌਲੀ ਪਹੁੰਚ ਸਕੇ ਭੈਣ ਭਰਾ ਵੀ ਟੁੱਟ ਜਾਂਦੇ ਨੇ। ਫਿਰ ਕਹਿੰਦੇ ਲੈ ਤੂੰ ਕਿਹੜਾ ਫੋਨ ਕੀਤਾ ਕਦੇ, ਤੂੰ ਕਿਹੜਾ ਕਦੇ ਹਾਲ ਚਾਲ ਪੁੱਛਿਆ, ਫਿਰ ਉਲਾਮਿਆਂ 'ਤੇ ਆ ਜਾਈਦਾ। ਇਸੇ ਤਰ੍ਹਾਂ ਗੁਰੂ ਦੇ ਨਾਲ ਵੀ ਬਣਤਰ ਨੂੰ ਬਣਾਉਣਾ ਪੈਂਦਾ। ਆ ਸਿਮਰਨ ਕੀ ਹੈ, ਜਪ ਕੀ ਹੈ, ਗੁਰੂ ਦੇ ਨਾਲ ਆਪਣੀ ਬਣਤਰ ਨੂੰ ਮਾਨਸਿਕ ਅਵਸਥਾ ਨੂੰ ਬਣਾਉਣਾ, ਮੇਨਟੇਨ ਕਰਨਾ। ਬਾਰ ਪ੍ਰਭ ਜਪੀਏ, ਬਾਰ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ, ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਰਹੀਏ। ਜੁਗਤਾਂ ਨੇ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤੁਹਾਨੂੰ ਖਾਣਾ ਪ੍ਰਾਪਤ ਹੋਇਆ ਅਤੇ ਕੀ ਕਹੋਗੇ, ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰੀ ਕਿਰਪਾ ਨਾਲ ਭੋਜਨ ਪਦਾਰਥ ਮਿਲੇ, ਪਦਾਰਥ ਠੰਡੇ ਮਿਲੇ ਨੇ, ਪਾਣੀ ਮਿਲਿਆ, ਘਰ ਮਿਲਿਆ, ਜੋ ਕੁਛ ਵੀ ਮਿਲਿਆ, ਸ਼ੁਕਰਾਨਾ ਕਰਤੇ ਦਾ ਇਹ ਪਹਿਲੀ ਨਿਸ਼ਾਨੀ ਹੈ। ਮਨ ਸੁਰਤ ਕਰਕੇ ਗੁਰੂ ਦੇ ਨੇੜੇ ਨਿਕਟ ਹੈ। ਜਿਨ ਕੋ ਸਤਿਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਫਿਰ ਅਗਲੀ ਅਵਸਥਾ, ਜੇ ਇਹ ਬਣ ਜਾਏ ਤਦ, ਜੇ ਇਹ ਅਵਸਥਾ ਕੋ ਟਿਕ ਜਾਏ ਤਦ, ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਇੱਥੇ ਜੇ ਟਿਕ ਜਾਏ ਸਦਾ ਰਸਨਾ ਤੇ ਵਾਹਿਗੁਰੂ, ਮਨ ਵਿੱਚ ਸ਼ੁਕਰਾਨੇ ਦਾ ਭਾਵ, ਹੁਣ ਉਲਾਮਾ ਨਹੀਂ, ਹੌਲੀ ਹੌਲੀ ਵੇਖਾਂਗੇ ਫਿਰ ਮਨ 'ਚ ਉਲਾਮਾ ਨਿਕਲ ਜਾਏਗਾ, ਫਿਰ ਸ਼ੁਕਰਾਨਾ ਆ ਜਾਏਗਾ। ਬੜਾ ਪਿਆਰਾ ਬਚਨ ਹੈ ਨਾ, ਐਰਖਵਾਦ ਨਾ ਕੀਜੈ ਰੇ ਮਨ। ਪਾਵਨ ਬਾਣੀ ਦਾ ਪਾਠ ਕਰਦਿਆਂ ਪੜ੍ਹਿਆ ਹੋਣਾ, ਐਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਉਹ ਮਨਾਂ ਤੋਂ ਐਰਖ ਕਹਿੰਦੇ ਨੇ ਹਿਰਖ ਕਰਨਾ, ਰੋਸ ਕਰਨਾ। ਰੱਬ ਦੇ ਨਾਲ ਰੋਸ ਕਿਉਂ ਕਰਦਾ ਹੈ? ਜੋ ਤੈਨੂੰ ਪਦਾਰਥ ਮਿਲੇ ਜਾਂ ਨਾ ਮਿਲੇ, ਉਹਨਾਂ ਦਾ ਰੋਸ ਕਿਉਂ ਕਰੀ ਜਾਣਾ ਹੈ? ਨਹੀਂ, ਤੂੰ ਰੋਸ ਨਾ ਕਰਿਆ ਕਰ, ਹਿਰਖ ਨਾ ਕਰਿਆ ਕਰ। ਪੁਰਾਣਾ ਪੰਜਾਬੀ ਦਾ ਸ਼ਬਦ ਸੀ ਹਿਰਖ ਕਰਨਾ, ਰੋਸ ਕਰਨਾ। ਤੂੰ ਹਿਰਖ ਨਾ ਕਰਿਆ ਕਰ, ਰੋਸ ਨਾ ਕਰਿਆ ਕਰ। ਕੀ ਕਰਿਆ ਕਰ? ਸੁਕ੍ਰਿਤ ਕਰਿਆ ਕਰ, ਸ਼ੁਕਰਾਨਾ ਕਰਿਆ ਕਰ।
ਜੋ ਮਿਲਿਆ ਇਹਦਾ ਸ਼ੁਕਰਾਨਾ ਕਰਿਆ ਕਰ, ਕਿਉਂਕਿ ਜੋ ਦਿੱਤਾ ਹੈ ਉਹਨੇ ਤਾਂ ਸ਼ੁਕਰਾਨਾ ਚਾਹੀਦਾ। ਜੇ ਉਹ ਨਾ ਦਿੰਦਾ ਤਾਂ ਕੀ ਕਰ ਲੈਂਦੇ? ਮੰਨ ਲਓ ਸਾਨੂੰ ਸੁੰਦਰ ਸਰੂਪ ਦਿੱਤਾ ਹੈ, ਜੇ ਨਾ ਦਿੰਦਾ ਤਾਂ ਕੁਰੂਪ ਬਣਾ ਦਿੰਦਾ, ਕੀ ਕਰ ਲੈਂਦੇ ਸੀ? ਸਾਡੇ 'ਚ ਬਹੁਤ ਲੋਕ ਨੇ ਨਾ ਜਿਹੜੇ ਕੁਰੂਪ ਰੁਚ ਰੰਗ ਢੰਗ ਬਹੁਤ ਵਧੀਆ ਨੇ, ਕਿ ਕੀ ਕਰ ਲਿਆ ਭਾਈ? ਜਨਮ ਦੇ ਸਮੇਂ ਸਾਡੇ ਸਰੀਰ ਦੀ ਬਣਤਰ ਇੰਨੀ ਸੁੰਦਰ ਬਣੀ ਹੈ, ਮੰਨ ਲਿਆ ਇੱਕ ਹੱਥ ਪੈਰ ਵਿੰਗਾ ਜਨਮ ਦਾ, ਕੀ ਕਰ ਲੈਂਦੇ ਸੀ? 10 ਵਸਤੂ ਲੈ ਪਾਛੇ ਪਾਵੈ, ਏਕ ਵਸਤੂ ਕਾਰਨ ਬਿਖੋਟ ਗਵਾਵੈ। ਤੇ ਜੇ ਕਰਤਾ ਏਕ ਭੀ ਨਾ ਦੇ, 10 ਭੇ ਹਿਰ ਲੈ ਤਉ ਮੋੜਾ ਕੋ ਖਾ ਕਰੇ। ਫਿਰ ਅਸੀਂ ਕੀ ਕਰ ਲੈਂਦੇ? ਉਹਦਾ ਕੀ ਵਿਗਾੜ ਲੈਂਦੇ? ਹੁਣ ਸਾਡੇ ਕੋਲ ਭੈਣ ਭਰਾ ਧੀਆਂ ਪੁੱਤਰ ਮਾਪੇ ਸਾਰਾ ਕੁਝ ਹੈ, ਅਤੇ ਕਲਪਨਾ ਕਰਨਾ ਜਿਨ੍ਹਾਂ ਕੋਲ ਕੁਝ ਵੀ ਨਹੀਂ, ਵਿਚਾਰੇ ਉਹ ਵੀ ਤਾਂ ਜੀ ਰਹੇ ਨੇ ਨਾ, ਬਹੁਤ ਸਾਰੇ ਜੀ ਨੇ ਨਾ। ਹੁਣ ਅਸੀਂ ਵੇਖਿਆ ਬਹੁਤਾ ਦੂਰ ਨਹੀਂ, ਪਿਛਲੇ ਸਾਲ 1.5 ਸਾਲ ਵਿੱਚ ਹੀ ਨਿੱਕੇ ਨਿੱਕੇ ਬੱਚੇ ਰਹਿ ਗਏ ਨੇ, ਮਾਪੇ ਲੈ ਲਏ ਗਏ ਵਾਪਸ। ਹੁਣ ਬੱਚਿਆਂ ਕੀ ਕਰ ਲੈਣਾ? ਕਈਆਂ ਮਾਪਿਆਂ ਦੇ ਬੱਚੇ ਸਾਰੇ ਵਾਪਸ ਚਲੇ ਗਏ ਨੇ, ਮਾਪਿਆਂ ਕੀ ਕਰ ਲਿਆ? ਕੁਛ ਨਹੀਂ ਕਰ ਸਕਦੇ। ਉਹ ਇੱਕ ਵੀ ਨਾ ਦੇਵੇ, ਦਿੱਤੀਆਂ 10 ਵਸਤੂ ਵਾਪਸ ਲੈ ਲੈ, ਕੀ ਕਰ ਲੋਗੇ? ਬੜੇ ਪੁਰਾਣੇ ਸ਼ਾਇਰ ਨੇ ਇੱਕ ਪੰਜਾਬੀ ਦੇ, ਵਜ਼ੀਦ, ਉਹਨਾਂ ਦਾ ਇੱਕ ਬੜਾ ਪਿਆਰਾ ਬੋਲ ਪੜ੍ਹਦੇ ਹੁੰਦੇ ਸਾਂ। ਇੱਕ ਨਾ ਦੇ ਕਰ ਪੁੱਤ ਪੋਤਰੇ, ਇੱਕ ਨਾ ਦੇ ਕਰ ਧੀਆਂ ਦੋਤਰੇ, ਇੱਕ ਨਾ ਦਾ ਹਿੱਕੋ ਹਿੱਕ ਤੇ ਉਹ ਵੀ ਜਾਏ ਮਰ। ਵਜ਼ੀਦਾ ਕੌਣ ਸਾਹਿਬ ਨੂੰ ਕਹੇ ਹਿੰਜ ਨਹੀਂ ਹਿੰਜ ਕਰ। ਸਾਹਿਬ ਨੂੰ ਕੌਣ ਕਰੇਗਾ ਇਸ ਤਰ੍ਹਾਂ? ਨਾ ਕਰੋ, ਨਹੀਂ ਕੋਈ ਨਹੀਂ ਕਰ ਸਕਦਾ ਨਾ। ਇਸ ਕਰਕੇ ਉਹਦੇ ਕੀਤੇ ਬਣਤਰ ਤੇ ਕਦੇ ਰੋਸ ਮਤ ਕਰਨਾ। ਉਲਾਹ ਨੂੰ ਮੈਂ ਕਾਹੂ ਨਾ ਦਿਓ, ਉਲਾਹ ਨੂੰ ਮੈਂ ਕਾਹੂ ਨਾ ਦਿਓ। ਕੀ ਕੀਤਾ ਹੀ ਫਿਰ? ਮਨ ਮੀਟ ਤੋਂ ਹਾਰ ਕੀਓ। ਤੁਸੀਂ ਜੋ ਕੁਛ ਕਰਦੇ ਹੋ ਚੰਗਾ ਹੈ, ਤੇਰਾ ਕੀਆ ਮਿੱਠਾ ਲੱਗੇ। ਸਾਨੂੰ ਇੱਥੇ ਪਹੁੰਚਣਾ ਪੈਣਾ ਹੈ। ਇਹ ਮਨ ਦੀਆਂ ਅਵਸਥਾਵਾਂ ਨੇ, ਔਰ ਇਹ ਉਦੋਂ ਬਣਨੀਆਂ ਜਦੋਂ ਅਸੀਂ ਹਰ ਕੀਰਤ ਸਦਾ ਕਮਾਈ ਕਰਾਂਗੇ, ਹਰ ਵਕਤ ਭਾਵ ਸ਼ੁਕਰ ਸੱਚੇ ਪਾਤਸ਼ਾਹ। ਫਿਰ ਇਹ ਦੁੱਖ ਸੁੱਖ ਦੋਨੋਂ ਸਮਕਰ ਜਾਣੈ, ਔਰ ਮਾਨ ਅਪਮਾਨਾ ਇਹ ਬਰਾਬਰ ਹੋ ਜਾਣਗੀਆਂ। ਮਹਾਰਾਜ ਕਹਿੰਦੇ ਕਿ ਜਦੋਂ ਇਹ ਅਵਸਥਾ ਟਿਕ ਜਾਏ, ਪਹਿਲੀ ਅਵਸਥਾ ਕੀਰਤ ਦੀ ਟਿਕ ਜਾਏ, ਉਸਤਤ ਦੀ ਟਿਕ ਜਾਏ, ਟਿਕੇ ਹੋਏ ਥਾਂ 'ਤੇ ਕੁਛ ਹੋਰ ਚੀਜ਼ ਆ ਸਕਦੀ ਹੈ। ਜਦੋਂ ਪਹਿਲੀ ਅਵਸਥਾ ਟਿਕ ਗਈ ਤਾਂ ਸੁਭਾਵਕ ਹੈ ਫਿਰ ਦੂਜੀ ਮਿਲੇਗੀ। ਅੱਜ ਅਸੀਂ ਪ੍ਰਾਇਮਰੀ 'ਚ ਪੜ੍ਹਦੇ ਸਾਂ, ਪਹਿਲੀ ਜਮਾਤ ਪਾਸ ਕਰ ਗਏ ਅਤੇ ਸੁਭਾਵਕ ਦੂਜੀ ਦਾਖਲਾ ਮਿਲ ਜਾਏਗਾ ਨਾ। ਦੂਜੀ ਅਵਸਥਾ ਕੀ ਮਿਲੇਗੀ ਜੀ? ਅਚਿੰਤ ਨਾਮ, ਅਚਿੰਤ ਹਰੇ ਨਾਮ ਤਿਨ ਕੈ ਮਨ ਵਸਿਆ। ਪਤਾ ਹੀ ਨਹੀਂ ਲੱਗਦਾ ਕਦੋਂ ਨਾਮ ਹਿਰਦੇ 'ਚ ਆ ਕੇ ਵਸ ਜਾਂਦਾ ਹੈ। ਆਪਾਂ ਮੰਗਦੇ ਸਾਨੂੰ ਨਾਮ ਦੇਣ ਦਿਓ, ਮੰਗਦੇ ਨਾ ਨਾਮ ਦਿਓ। ਅਰਦਾਸ ਵਿੱਚ ਕਹਿੰਦੇ ਹਾਂ, ਜਦੋਂ ਬਹੁਤ ਸਾਰੇ ਦਾਨ ਅਸੀਂ ਮੰਗਦੇ ਹਾਂ ਅਤੇ ਉਹਦੇ ਵਿੱਚ ਨਾਮਦਾਨ ਮੰਗਦੇ ਨਾ। ਅਕਸਰ ਅਰਦਾਸਾਂ ਦੀ ਪਰਚੀਆਂ ਲਿਖੀਆਂ ਔਰ ਅਰਦਾਸ ਕਰਨ ਸਾਡੇ ਕੋਲ ਆਉਂਦੀਆਂ ਨੇ। ਬਹੁਤ ਸਾਰੇ ਜੀ ਪਰਚੀ ਕੀ ਲਿਖਦੇ ਨੇ? ਮਹਾਰਾਜ ਦੇਖ ਕਰ ਆਈ ਅਰਦਾਸ ਕੀ ਹੈ? ਨਾਮਦਾਨ ਦਿਓ। ਕਈ ਵਾਰ ਅਸੀਂ ਵੇਖਦੇ ਹਾਂ ਨਾ, ਪਰਿਵਾਰ ਦੀ ਸੁੱਖ ਸ਼ਾਂਤੀ ਦੀ ਗੱਲ ਹੈ, ਧੀਆਂ ਪੁੱਤਰਾਂ ਦੇ ਕਿਸੇ ਕਾਰ ਵਿਹਾਰ ਦੀ ਗੱਲ ਹੈ, ਪਰ ਨਾਲ ਨਾਮਦਾਨ ਦੀ ਵੀ ਗੱਲ ਹੈ। ਮਹਾਰਾਜ ਨਾਮ ਦਿਓ, ਕਿਉਂਕਿ ਸਾਨੂੰ ਇਹਨਾਂ 'ਤੇ ਸਿੱਖ ਮੰਡਲ ਦੇ ਗਿਆਨ ਵਿੱਚ ਪਤਾ ਹੈ ਕਿ ਨਾਮ ਹੀ ਸਭ ਤੋਂ ਵੱਡੀ ਸ਼ੈ ਹੈ, ਸਭ ਤੋਂ ਵੱਡੀ ਤਾਕਤ ਨਾਮ ਹੈ। ਕਿਉਂਕਿ ਆ ਜੋ ਕੁਛ ਹੈ ਨਾਮ ਦੇ ਸਦਕੇ ਹੈ। ਜੇ ਵਨਸਪਤੀ ਨੂੰ ਪਾਣੀ ਮਿਲਦਾ ਰਹੇ ਨਾ ਤਾਂ ਫੁੱਲ ਆਪੇ ਖਿੜਦੇ ਰਹਿੰਦੇ ਨੇ, ਅਤੇ ਜੇ ਬਗੀਚੇ 'ਚ ਪਾਣੀ ਪਾਉਣਾ ਬੰਦ ਕਰ ਦਿਓ ਤਾਂ ਫਿਰ ਫੁੱਲਾਂ ਦੀ ਆਸ ਮਤ ਕਰਨਾ। ਫਿਰ ਇਸੇ ਤਰ੍ਹਾਂ ਜੀਵਨ ਦੇ ਵਿੱਚ ਨਾਮ ਕਲਾ, ਕਰਤਾ ਪੁਰਖ ਦੀ ਜੋ ਅਸੀਮ ਕਲਾ, ਜਿਹਦੇ ਸਦਕੇ ਸੁਣਦੇ ਹਾਂ, ਦੇਖਦੇ ਹਾਂ, ਬੋਲਦੇ ਹਾਂ, ਚੱਲਦੇ ਹਾਂ, ਜਿਉਂਦੇ ਹਾਂ, ਜੋ ਕੁਝ ਇਹ ਸਭ ਨਾਮ ਦੇ ਸਦਕੇ ਹੈ। ਗਿਆਨੀ ਵਿਗਿਆਨੀ ਇਹਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਕੋਈ ਕੁਛ ਕਹਿੰਦਾ, ਕੋਈ ਅਸਤਿਤਵ ਦੀ ਤਾਕਤ ਕਹਿੰਦਾ, ਕੋਈ ਗ੍ਰੈਵਿਟੀ ਕਹਿੰਦਾ, ਕੋਈ ਹੋਰ ਕੋਈ ਕਹਿੰਦਾ ਕਲਮਾਈਟੀ ਕਹਿੰਦਾ। ਅਲੱਗ-ਅਲੱਗ ਸ਼ਬਦ ਹੋਣਗੇ। ਗੁਰੂ ਨਾਨਕ ਉਸ ਕਲਾ ਨੂੰ ਨਾਮ ਕਹਿੰਦੇ ਨੇ, ਜਿਸ ਦੇ ਸਦਕੇ ਅਸੀਂ ਖੜ੍ਹੇ ਹੋ ਸਕਦੇ ਹਾਂ। ਵਿਗਿਆਨੀ ਕਹਿੰਦੇ ਨਾ ਗ੍ਰੈਵਿਟੀ ਦੇ ਕਰਕੇ ਖੜ੍ਹੇ ਹੋ ਸਕਦੇ ਹਾਂ। ਸਤਿਗੁਰੂ ਕਹਿੰਦੇ ਨਾਮ ਦੇ ਸਦਕੇ ਖੜ੍ਹਦੇ ਹੋ, ਨਾਮ ਦੇ ਸਦਕੇ ਸੁਣਦੇ ਹੋ, ਨਾਮ ਦੇ ਸਦਕੇ ਬੋਲਦੇ ਹਾਂ, ਨਾਮ ਦੇ ਸਦਕੇ ਤੁਰ ਸਕਦੇ ਹਾਂ। ਸਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨੇ। ਕਿਤੇ ਪੜ੍ਹ ਕੇ ਸਾਰਾ ਕੁਝ ਨਾਮ ਦੇ ਧਾਰੇ ਹੈ। ਕਰਤੇ ਦੀ ਉਸੇ ਕਲਾ ਦੇ ਉਸੇ ਸ਼ਕਤੀ ਨੂੰ, ਜਿਹਨੂੰ ਪਰਮ ਸ਼ਕਤੀ ਸੁਪਰ ਪਾਵਰ ਵੀ ਲੋਕ ਕਹਿਣ ਲੱਗ ਪਏ ਨੇ, ਉਹ ਸਾਨੂੰ ਚਾਹੀਦੀ ਹੈ ਨਾ। ਉਹ ਪਤਾ ਨਹੀਂ ਲੱਗਦਾ ਕਦੋਂ ਫਿਰ ਅਚਿੰਤ ਆ ਕੇ ਵਸ ਜਾਂਦੀ ਹੈ।
ਤੇ ਜਦੋਂ ਇਹ ਨਾਮ ਕਲਾ, ਗੁਰੂ ਨਾਨਕ ਦੇ ਸ਼ਬਦ 'ਚ ਨਾਮ ਕਲਾ ਕਿਸੇ ਦੇ ਹਿਰਦੇ 'ਚ ਅਚਿੰਤ ਆ ਜਾਂਦੀ ਹੈ, ਉਹਦੇ ਬੋਲਾਂ 'ਚ ਸੱਤਤਾ ਵਰਤਣ ਲੱਗ ਪੈਂਦੀ ਹੈ। ਉਹ ਫਿਰ ਜੋ ਬੋਲਦਾ ਹੈ ਸੱਚ ਹੋਣ ਲੱਗ ਪੈਂਦਾ ਹੈ। ਅਸੀਂ ਬੋਲਦੇ ਹਾਂ ਸੱਚ ਨਹੀਂ ਹੁੰਦਾ, ਪਰ ਭਗਤ ਬੋਲਦੇ ਨੇ ਸੱਚ ਹੁੰਦਾ ਹੈ। ਆਪਾਂ ਕਈ ਵਾਰ ਸੁਣਿਆ ਦੇਖਿਆ ਵਡੇਰਿਆਂ ਦੀਆਂ ਗਾਥਾਵਾਂ ਨੂੰ ਦੇਖਦੇ ਹਾਂ, ਅਸੀਂ ਕੋਈ ਗੱਲ 10-20 ਵਾਰ ਕਹੀਏ ਤਦ ਵੀ ਕੋਈ ਫਰਕ ਨਹੀਂ ਪੈਂਦਾ, ਪਰ ਭਗਤ ਇੱਕ ਵਾਰ ਕਹਿ ਦੇ ਤੇ ਹੋ ਜਾਂਦਾ ਹੈ। ਆ ਕਿਉਂ ਸਾਡੇ ਵਿੱਚ ਚਰਕੇ ਵਡੇਰਿਆਂ ਕੋ ਜੁਗਤ ਬਣੀ ਹੈ ਵੀ ਕੋਈ ਕੰਮ ਅੜਿਆ ਹੋਵੇ ਜਾਂ ਕਿਸੇ ਪ੍ਰਕਾਰ ਦਾ ਨਵੀਂ ਸ਼ੁਰੂਆਤ ਕਰਨੀ, ਅਸੀਂ ਕਹਿੰਦੇ ਭਾਈ ਗੁਰਦੁਆਰੇ ਸੰਗਤ ਜਾ ਕੇ ਅਰਦਾਸ ਕਰਾਉਂਦੇ ਹਾਂ। ਪਤਾ ਕਿਉਂ? ਅੱਜ ਹੁਣ ਬੈਠੇ ਹੋ ਨਾ, ਹੌਲੀ ਹੌਲੀ ਬੈਠੇ ਰਹੇ, ਟਿਕੇ ਰਹੇ ਨਾ। ਜੇ ਤਨ ਕਰਕੇ ਬੈਠੇ ਹੋ ਅਤੇ ਮਨ ਕਰਕੇ ਬਹਿ ਗਏ ਅਤੇ ਹੌਲੀ ਹੌਲੀ ਸਾਹ ਨੇ ਮਿਲ ਕੇ ਇੱਕ ਸੰਗਤ ਬਣ ਜਾਣਾ ਹੈ, ਸੱਤ ਦੀ ਸੰਗਤ। ਬੇਸ਼ੱਕ ਸਰੀਰਕ ਤਮਾਮ ਸਾਡੀ ਅਵਸਥਾਵਾਂ ਸਭ ਦੀਆਂ ਅਲੱਗ ਅਲੱਗ ਨੇ। ਕੋਈ ਬਹੁਤ ਛੋਟੀ ਉਮਰ ਦੇ ਬਾਲਕ ਹੋਣਗੇ, ਕੋਈ ਬਹੁਤ ਵਡੇਰੀ ਉਮਰ ਦੇ ਬਜ਼ੁਰਗ ਹੋਣਗੇ, ਕੋਈ ਪੜ੍ਹੇ ਲਿਖੇ ਹੋਣਗੇ, ਕੋਈ ਅਨਪੜ੍ਹ ਹੋਣਗੇ, ਕੋਈ ਜਪਦੇ ਨੇ, ਕੋਈ ਨਹੀਂ ਜਪਦੇ, ਕੋਈ ਮਾਇਨੇ ਨਹੀਂ ਕਰਦਾ ਇੱਥੇ। ਜਦੋਂ ਕੋਈ ਇੱਥੇ ਆ ਕੇ ਟਿਕ ਜਾਂਦਾ ਹੈ ਅਤੇ ਸਾਰੇ ਇੱਕੇ ਹੀ ਸ਼ਕਤੀ ਦੇ ਅੰਕ ਬਣ ਜਾਂਦੇ ਆ। ਅਸੀਂ ਸਾਰੇ ਇੱਕ ਹੋ ਜਾਂਦੇ ਹਾਂ, ਫੋਕਸ ਇੱਕ ਹੋ ਜਾਂਦਾ ਹੈ। ਅਤੇ ਸਾਡਾ ਸਭ ਦਾ ਜਦੋਂ ਫੋਕਸ ਇੱਕ ਹੋ ਜਾਂਦਾ ਹੈ ਅਤੇ ਧਿਆਨੀ ਵੀ ਮੰਨਦੇ ਆ, ਉਦੋਂ ਧਿਆਨ ਦੀ ਪਾਵਰ ਬਹੁਤ ਵੱਧ ਜਾਂਦੀ ਹੈ। ਇਸੇ ਕਰਕੇ ਅਰਦਾਸ ਵਿੱਚ ਇੱਕ ਜੁਗਤ ਮਨੋਵਿਗਿਆਨਕ ਅਤੇ ਜਿਨ੍ਹਾਂ ਨੇ ਵੇਵਸ ਕਲਾ ਨੂੰ ਪਕੜਿਆ ਉਹ ਜਾਣਦੇ ਨੇ, ਜਿਨ੍ਹਾਂ ਤਰੰਗਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ 'ਚ ਇੱਕ ਵਡੇਰਿਆਂ ਜੁਗਤ ਦਿੱਤੀ ਹੈ। ਅਸੀਂ ਹਰ ਪੈਰਾਗ੍ਰਾਫ ਮੁੱਕਣ 'ਤੇ ਕੀ ਕਰਨੇ? ਬੋਲੋ ਜੀ ਵਾਹਿਗੁਰੂ। ਅਤੇ ਵਾਹਿਗੁਰੂ ਕੌਣ ਕਹਿੰਦਾ ਹੈ? ਮੰਨ ਲਓ ਅਰਦਾਸੀ ਆ ਬੋਲੋ ਜੀ ਕਹਿੰਦਾ ਹੈ, ਅਤੇ ਮਗਰ 10 ਜੀ 50 ਜੀ 100 ਜੀ 1000 10,000 ਲੱਖ, ਮੰਨ ਲਓ ਇੱਥੇ ਲੱਖ ਬੰਦਾ ਖੜਾ, ਸਭ ਨੇ ਵਾਹਿਗੁਰੂ ਕਹਿਣਾ ਨਾ, ਅਤੇ ਧੁਨ ਕਿਤਨੀ ਮਜ਼ਬੂਤ ਹੋ ਜਾਂਦੀ ਹੈ। ਉਹ ਵਾਹਿਗੁਰੂ ਦੀ ਧੁਨ, ਸ਼ਬਦ ਤੇ ਵਾਹਿਗੁਰੂ ਹੀ ਹੈ, ਪਰ ਵਾਹਿਗੁਰੂ ਸ਼ਬਦ ਦੀ ਧੁਨ ਕਿਤਨੀ ਸਟਰੋਂਗ ਹੋ ਜਾਏਗੀ, ਅਤੇ ਜਿਹੜਾ ਉਹਦੇ ਵਿੱਚ ਧਿਆਨ ਟਿਕ ਜਾਏਗਾ, ਸੁੱਤੇ ਸਿੱਧ ਵਾਹਿਗੁਰੂ ਦੀ ਨਾਮ ਕਲਾ ਵਰਤ ਜਾਏਗੀ। ਇਸੇ ਕਰਕੇ ਮਨੋਵਿਗਿਆਨਕ ਪੱਖ ਹੈ। ਇਹਨੂੰ ਅਸੀਂ ਤਰੰਗਾਂ ਦਾ ਅਧਿਐਨ ਵੀ ਕਰ ਜੇ ਜਾਣਦੇ ਹਾਂ। ਜਿਨ੍ਹਾਂ ਨੇ ਕਿਤੇ ਵਿਗਿਆਨ ਫਿਜ਼ਿਕਸ ਨੂੰ ਉਹ ਵੀ ਜਾਣਦੇ ਨੇ ਕਿ ਤਰੰਗਾਂ ਨੂੰ ਇਕੱਠਿਆਂ ਕਰ ਦਈਏ ਅਤੇ ਅੱਗ ਲੱਗ ਜਾਂਦੀ ਹੈ। ਸੂਰਜ ਦੀਆਂ ਕਿਰਨਾਂ ਕੱਲੀਆਂ ਕੱਲੀਆਂ ਅਤੇ ਧੁੱਪ ਹੀ ਪੈਦਾ ਕਰਦੀਆਂ ਨਾ, ਅਤੇ ਜਦੋਂ ਤੁਸੀਂ ਕਿਸੇ ਆਤਸ਼ੀ ਸ਼ੀਸ਼ੇ ਦੇ ਸਦਕੇ ਉਹਨਾਂ ਕੁਝ ਕਿਰਨਾਂ ਨੂੰ ਹੀ ਇਕੱਠਿਆਂ ਕਰ ਲੈਂਦੇ ਹੋ ਅਤੇ ਸੇਕ ਪੈਦਾ ਹੋ ਜਾਂਦਾ। ਆ ਬਚਪਨ ਦੀਆਂ ਖੇਡਾਂ 'ਚ ਅੱਜ ਵੀ ਲੈਬੋਰਟਰੀਆਂ ਦੇਖਦੇ ਹੋਗੇ ਨਾ, ਉਹ ਸ਼ੀਸ਼ੇ ਦੇ ਨਾਲ ਅਸੀਂ ਜ਼ਮੀਨ 'ਤੇ ਅੱਗ ਪ੍ਰਗਟ ਕਰ ਲੈਂਦੇ ਹਾਂ। ਹੁਣ ਕਿੱਥੋਂ ਅੱਗ ਲਗਾਈ ਹੋ? ਕੁਝ ਸੂਰਜ ਦੀਆਂ ਕਿਰਨਾਂ ਨੂੰ ਹੀ ਉਸ ਸ਼ੀਸ਼ੇ ਨੇ ਇੱਕ ਪੁਆਇੰਟ 'ਤੇ ਇਕੱਠਾ ਕਰ ਦਿੱਤਾ ਹੈ, ਨਤੀਜਨ ਅੱਗ ਪੈਦਾ ਹੋ ਗਈ ਹੈ। ਇਵੇਂ ਜਦੋਂ 2 4 10 20 50 100 ਜੀ ਇਕੱਠੇ ਇੱਕ ਫੋਕਸ ਕਰਕੇ ਬੋਲਦੇ ਨੇ ਵਾਹਿਗੁਰੂ, ਅਤੇ ਇੱਕ ਧੁਨ ਪ੍ਰਗਟ ਹੁੰਦੀ ਹੈ। ਉਸ ਧੁਨ ਦੇ ਨਾਲ ਜੋ ਸੰਮਿਲਿਤ ਹੁੰਦਾ ਹੈ, ਉਸ ਧੁਨ ਦੇ ਵਿੱਚ ਜੋ ਜੁੜਿਆ ਹੋਇਆ ਹੁੰਦਾ ਹੈ, ਉਹਦੇ ਪਾਪ ਕੱਟ ਜਾਂਦੇ ਨੇ, ਗੁਨਾਹ ਮਿਟ ਜਾਂਦੇ। ਇਸੇ ਕਰਕੇ ਕਹਿੰਦੇ ਨੇ ਅਰਦਾਸ ਸ਼ਾਮੂਲੀਅਤ ਰੱਖਿਆ ਕਰੀਏ, ਪਰ ਅਫਸੋਸ ਹੈ ਕਿ ਸਾਡੇ 'ਚ ਬਹੁ ਗਿਣਤੀ ਅਰਦਾਸ ਸ਼ਾਮੂਲੀਅਤ ਨਹੀਂ ਹੁੰਦੀ, ਅਤੇ ਜਦੋਂ ਸ਼ਾਮਲ ਹੁੰਦੀ ਹੈ ਅਤੇ ਧਿਆਨ ਨਹੀਂ ਹੁੰਦਾ। ਨਤੀਜਨ ਅਸੀਂ ਉੱਥੇ ਅੜੇ ਰਹਿ ਜਾਂਦੇ ਹਾਂ, ਤਰੱਕੀ ਨਹੀਂ ਕਰਦੇ, ਅਸੀਂ ਸਲਿੱਪ ਕਰ ਰਹੇ ਹਾਂ, ਉੱਥੇ ਚੱਲ ਰਿਹਾ ਸਮਾਂ ਸਭ ਕੁਛ, ਲੇਕਿਨ ਯਾਤਰਾ ਨਹੀਂ ਕਰ ਪਾ ਰਹੇ ਕਿਉਂਕਿ ਅਸੀਂ ਸਲਿੱਪ ਕਰ ਰਹੇ ਹਾਂ। ਅਰਦਾਸ ਵਿੱਚ ਸ਼ਾਮੂਲੀਅਤ ਹੋਵੇ ਔਰ ਧਿਆਨ ਦੇ ਨਾਲ ਆਪਣੇ ਆਪ ਨੂੰ ਅਰਦਾਸ ਦਾ ਹਿੱਸਾ ਬਣਾ ਦਈਏ, ਅਤੇ ਜਦੋਂ ਬੋਲਦੇ ਹਨ ਉਹ ਵਾਹਿਗੁਰੂ ਹੈ ਨਾ, ਇੱਕ ਵਾਰ ਜਨ ਸ਼੍ਰੀ ਵਾਹਿਗੁਰੂ ਕੋ, ਉਹ ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ ਸਾਡੇ ਲੱਖ ਵਾਰ ਬੋਲੇ ਹੋਏ ਵਾਹਿਗੁਰੂ ਤੋਂ ਜ਼ਿਆਦਾ ਪਾਵਰਫੁੱਲ ਹੈ। ਪਤਾ ਨਹੀਂ ਸਾਡੇ 'ਚ ਉਸ ਵਕਤ ਕੋਈ ਜੀ ਭਗਤ ਬੈਠਾ ਹੋਣਾ, ਉਹਦਾ ਪ੍ਰੇਮ ਕਿਤਨਾ ਹੋਣਾ ਗੁਰੂ ਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਚਿੰਤ ਹੀ ਨਾਮ ਉਹਨਾਂ ਦੇ ਹਿਰਦੇ 'ਚ ਆ ਜਾਂਦਾ ਹੈ। ਅਚਿੰਤ ਹਰਿ ਨਾਮ ਤਿਨਕੇ ਮਨ ਵਸਿਆ। ਫਿਰ ਕੀ ਕਰਦੇ ਨੇ? ਸੱਚੇ ਸ਼ਬਦ ਸਮਾਹੇ, ਉਹਨਾਂ ਦੀ ਚੇਤਨਾ, ਉਹਨਾਂ ਦੇ ਸੁਰਤ ਸ਼ਬਦ ਵਿੱਚ ਟਿਕ ਜਾਂਦੀ ਹੈ। ਅਸੀਂ ਮੰਨਦੇ ਤੇ ਹਾਂ, ਪੜ੍ਹਦੇ ਤੇ ਹਾਂ, ਸਾਰੇ ਪੜ੍ਹਦੇ ਹੋ, ਸਾਚੀ ਲਿਵੈ ਬਿਨ ਦੇ ਨਿਮਾਣੀ, ਪਰ ਲਿਵ ਲੱਗੀ ਤੇ ਕਿੰਨੇ ਕੋ? ਕਿਸੇ ਨੂੰ ਅਨੁਭਵ ਹੈ ਕਿ ਮੇਰੇ ਲਿਵ ਲੱਗੀ ਹੈ? ਪਾਠ ਕਰਦੇ ਹਾਂ, ਜਪ ਕਰਦੇ ਹਾਂ, ਕਦੇ ਅਸੀਂ ਦਾਅਵਾ ਕਰ ਪਾਵਾਂਗੇ ਹਾਂ ਮੇਰੀ ਲਿਵ ਲੱਗੀ ਸੀ? ਅਤੇ ਸ਼ਾਇਦ ਹੀ ਕੋਈ ਭਾਗਾਂ ਵਾਲਾ ਸਾਡੇ 'ਚ ਹੋਏਗਾ ਜੋ ਕਹੇਗਾ ਹਾਂ ਜੀ 1-2 ਵਾਰ ਮੈਨੂੰ ਇਹ ਅਨੁਭਵ ਹੋਇਆ, ਨਹੀਂ ਤੇ ਨਹੀਂ। ਕਹਿੰਦੇ ਹਾਂ ਸਾਚੀ ਲਿਵੈ, ਮੈਂ ਨਹੀਂ ਕਹਿੰਦਾ, ਮਹਾਰਾਜ ਦਾ ਬਚਨ ਹੈ। ਔਰ ਇੱਕ ਸਾਡੇ ਕੋਲ ਪਲੇਟਫਾਰਮ ਹੈ, ਇੱਥੇ ਪਹੁੰਚਣਾ ਪੈਣਾ ਹੈ, ਇਸ ਤੋਂ ਬਿਨਾਂ ਨਹੀਂ, ਪਰ ਅਸੀਂ ਇੱਥੇ ਪਹੁੰਚ ਨਹੀਂ ਪਾ ਰਹੇ। ਸਾਚੀ ਲਿਵੈ ਬਿਨ
ਦੇਹ ਨਿਮਾਣੀ, ਅਸੀਂ ਨਿਮਾਣਾ ਸਰੀਰ ਲਈ ਫਿਰਦੇ ਹਾਂ। ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ। ਹੁਣ ਵਿਚਾਰੇ ਅਸੀਂ ਹੋ ਗਏ ਕਿਉਂਕਿ ਅਸੀਂ ਉਸ ਅਵਸਥਾ 'ਤੇ ਉਹ ਪਲੇਟਫਾਰਮ 'ਤੇ ਪਹੁੰਚੇ ਹੀ ਨਹੀਂ। ਜਿਵੇਂ ਅਸੀਂ ਟ੍ਰੇਨ ਪਕੜਨੀ ਹੋਵੇ ਤਾਂ ਸਾਨੂੰ ਪਲੇਟਫਾਰਮ 'ਤੇ ਜਾਣਾ ਪੈਣਾ। ਸਾਡੇ ਘਰ ਦੇ ਲਾਗੋਂ ਦੀ ਰੋਜ਼ ਟ੍ਰੇਨ ਨਿਕਲ ਜਾਏ, ਕੋਈ ਫਾਇਦਾ ਨਹੀਂ ਸਾਨੂੰ ਉਹਦਾ। ਤਾਂ ਸਾਨੂੰ ਤਦ ਹੀ ਮਿਲੇਗੀ ਜਦ ਅਸੀਂ ਪਲੇਟਫਾਰਮ 'ਤੇ ਜਾਵਾਂਗੇ, ਔਰ ਉਸ ਪਲੇਟਫਾਰਮ 'ਤੇ ਜਾਵਾਂਗੇ ਜਿੱਥੇ ਉਹ ਠਹਿਰਦੀ ਹੈ। ਕਿਤੇ ਹੋਰ ਪਲੇਟਫਾਰਮ 'ਤੇ ਸਾਰੀ ਉਮਰ ਬੈਠੇ ਰਹੋਗੇ, ਉਹ ਟ੍ਰੇਨ ਗੱਡੀ ਨਹੀਂ ਮਿਲੇਗੀ। ਇਸ ਤਰ੍ਹਾਂ ਸੁਰਤ ਦੀ ਗੱਡੀ ਜਿੱਥੋਂ ਚੱਲਦੀ ਹੈ ਉਸ ਪਲੇਟਫਾਰਮ 'ਤੇ ਜਾਣਾ ਪੈਣਾ ਹੈ। ਅਤੇ ਉਹ ਪਲੇਟਫਾਰਮ ਹੈ ਸੱਤ ਦਾ। ਉਸ ਇਸੇ ਕਰਕੇ ਇਹਨੂੰ ਕਹਿੰਦੇ ਸੱਤ ਸੰਗਤ। ਸੱਤ ਦੇ ਮੁਕਾਮ 'ਤੇ ਆ ਦਰੀ 'ਤੇ ਆ ਕੇ ਤਾਂ ਕੋਈ ਵੀ ਬੈਠ ਸਕਦਾ। ਕਦੇ ਘਰ ਵੀ ਸ਼ਾਇਦ ਤੋਂ ਵਧੀਆ ਕਾਲੀਨ ਵਿਛਾ ਸਕਦੇ ਹੋ। ਅਮੀਰਾਂ ਦੇ ਘਰ ਸ਼ਾਇਦ ਜ਼ਿਆਦਾ ਬਿਹਤਰੀਨ ਚੰਗੇ ਕਾਲੀਨ ਵਿਛੇ ਹੋਣਗੇ। ਹੋ ਸਕਦਾ ਹੈ ਕਿਸੇ ਪਿੰਡ ਦੇ ਗੁਰਦੁਆਰੇ 'ਚ ਮਾੜੀ ਮੋਟੀ ਲਾਲ ਦਰੀ ਵਿਛੀ ਹੋਵੇ, ਪਰ ਉਹ ਵੀ ਸੱਤ ਦੀ ਸੰਗਤ ਸੰਭਵ ਹੈ, ਕਿਉਂਕਿ ਉਹ ਇਸ ਮਕਾਨ ਦੇ ਅਤੇ ਦਰੀਆਂ ਨਾਲ ਨਹੀਂ ਸੰਬੰਧ ਰੱਖਦੇ। ਸੱਤ ਹਿਰਦਿਆਂ ਨਾਲ ਸੰਬੰਧ ਰੱਖਦਾ ਹੈ, ਜ਼ਮੀਨਾਂ ਦੇ ਨਾਲ ਨਹੀਂ। ਸੱਤ ਹਿਰਦੇ 'ਚ ਹੁੰਦਾ ਹੈ ਅਤੇ ਉਹ ਸੱਤ ਦੀ ਸੰਗਤ ਕਰਨੀ ਹੈ। ਸੱਤ ਨਾਲ ਜੁੜੇ ਹੋਏ ਵਿਅਕਤੀਆਂ ਦੀ ਸੰਗਤ ਕਰਨੀ ਹੈ। ਸੱਤ ਆਧਾਰਿਤ ਲੋਕਾਂ ਦੀ ਸੰਗਤ ਕਰਨੀ ਹੈ। ਇਸੇ ਕਰਕੇ ਇੱਥੇ ਬੈਠੀਦਾ। ਹੁਣ ਇੱਥੇ ਅਸੀਂ ਕਿਸੇ ਦੇ ਸਰੀਰਾਂ ਦੀ ਬਣਤਰ ਥੋੜ੍ਹਾ ਦੇਖਦੇ ਵੀ ਕੌਣ ਕਿੱਥੋਂ ਆਏ, ਨਹੀਂ। ਕੋਈ ਕਿਤੋਂ ਆਇਆ ਹੋਵੇ ਭਲਾ ਹੈ, ਬਸ ਜਿਹੜਾ ਵੀ ਸੱਤ ਨਾਲ ਜੁੜੇ ਸਾਡੇ ਲਈ ਚੰਗਾ ਹੈ। ਮਹਾਰਾਜ ਕਹਿਣ ਲੱਗੇ ਫਿਰ ਕਰਦੇ ਨੇ ਉਹ ਸ਼ਬਦ ਨਾਲ ਜੁੜ ਜਾਂਦੇ ਨੇ। ਸ਼ਬਦ ਸੱਤ ਸਰੂਪ ਹੈ। ਫਿਰ ਉਹਨਾਂ ਨੂੰ ਨਤੀਜਾ ਕੀ ਮਿਲਦਾ ਹੈ? ਜਿਹੜੇ ਇੱਥੇ ਇਸ ਅਵਸਥਾ 'ਤੇ ਇਸ ਹਾਈਟ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਮਿਲਦਾ ਕੀ ਹੈ? ਕਹਿਣ ਲੱਗੇ ਕੁੱਲ ਉਧਾਰੇ ਆਪਣਾ। ਉਹ ਆਪ 'ਤੇ ਤਰਦੇ ਨੇ, ਆਪਣੇ ਖਾਨਦਾਨਾਂ ਦੇ ਬਚਾਓ ਕਰ ਦਿੰਦੇ। ਮੈਂ ਨਹੀਂ ਕਹਿੰਦਾ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ ਪੜ੍ਹਦੇ ਨਾ, ਇਸੇ ਤੁਕ ਨੂੰ ਜਦੋਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤਾ ਦੁਹਾਰਾ, ਤੇ ਫਿਰ ਕੀ ਪੜ੍ਹਦੇ ਹੋ? ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਹੋਰ ਨਾਲ ਸ਼ਬਦ ਜੋੜਤਾ ਹੈ, ਔਰ ਆਮ ਤੌਰ 'ਤੇ ਕੇਵਲ ਬਾਅਦ ਕੀ ਵਾਰ 'ਚ ਪੜ੍ਹਿਆ ਜਾਂਦਾ ਹੈ। ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ। ਕੁੱਲ ਉਧਾਰੇ ਆਪਣਾ ਆਪ ਤਰਦੇ ਨੇ, ਆਪਣੇ ਖਾਨਦਾਨਾਂ ਨੂੰ ਤਾਰ ਲੈਂਦੇ ਨੇ, ਕੁਲਾਂ ਨੂੰ ਤਾਰ ਲੈਂਦੇ ਨੇ। ਭਗਤਾਂ ਦੇ ਤੇ ਸੁਣਿਆ 21 ਕੁਲ ਤਰ ਜਾਂਦੇ ਨੇ। ਭਗਤ ਜਨਾਂ ਕੇ 21 ਕੁਲ ਉਧਾਰੇ ਉਹਨਾਂ ਦੇ ਖਾਨਦਾਨ ਤਰਦੇ ਨੇ। ਆਪ ਮੋਖ ਪਦਵੀ ਆਪੇ ਪਾਹੇ, ਮੁਕਤੀ ਦੀ ਪਦਵੀ ਵੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਉਹ ਜੀ ਮੁਕਤ ਹੋ ਜਾਂਦੇ ਨੇ, ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਨੇ। ਫਿਰ ਪਾਤਸ਼ਾਹ ਕਹਿਣ ਲੱਗੇ ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ। ਜਿਵੇਂ ਅਸੀਂ ਕੰਮ ਕਰੀਏ ਅਤੇ ਮਾਲਕ ਸੰਤੁਸ਼ਟ ਹੋ ਜਾਏ। ਅੱਜ ਬਹੁਤ ਸਾਰੇ ਦੇਖਦੇ ਨੇ ਜੋਬ ਕਰਦੇ ਬੱਚੇ, ਅਤੇ ਜੇ ਬੌਸ ਉਹਨਾਂ ਦਾ ਸੰਤੁਸ਼ਟ ਹੋਵੇ ਤਾਂ ਉਹਨਾਂ ਦੀ ਸੈਲਰੀ ਵੱਧ ਜਾਂਦੀ, ਇਨਾਮ ਵੱਧ ਜਾਂਦਾ, ਰੁਤਬਾ ਵੱਧ ਜਾਂਦਾ। ਅਤੇ ਜੇ ਉਹਨਾਂ ਦਾ ਦਫ਼ਤਰ, ਉਹਨਾਂ ਦਾ ਬੌਸ ਅਸੰਤੁਸ਼ਟ ਹੋਵੇ ਤਾਂ ਫਿਰ ਕਦੇ ਕਦੇ ਕੱਢ ਵੀ ਦਿੰਦਾ। ਇਸੇ ਤਰ੍ਹਾਂ ਸਾਡੇ ਤੋਂ ਕੀ ਸਾਡੇ ਸਤਿਗੁਰੂ ਸੰਤੁਸ਼ਟ ਹੋਣਗੇ, ਉਹਨਾਂ 'ਤੇ ਸਤਿਗੁਰੂ ਸੰਤੁਸ਼ਟ ਹੁੰਦੇ ਨੇ। ਪਾਰ ਬ੍ਰਹਮ ਸੰਤੁਸ਼ਟ ਕਰੇ ਅਤੇ ਜੋ ਗੁਰ ਚਰਨੀ ਜਨ ਪਾਹੇ। ਕਿਹਨਾਂ 'ਤੇ? ਭਾਈ ਜਿਹੜੇ ਗੁਰੂ ਕੇ ਚਰਨੀ ਲੱਗ ਜਾਂਦੇ ਨੇ, ਉਹਨਾਂ 'ਤੇ ਗੁਰੂ ਉਹਨਾਂ ਦੀ ਕਿਰਿਆ ਵੇਖ ਕੇ, ਉਹਨਾਂ ਦੇ ਕਰਤੱਵ ਨੂੰ ਦੇਖ ਕੇ ਸੰਤੁਸ਼ਟੀ ਪ੍ਰਗਟ ਕਰਦੇ। ਹਾਂ ਭਾਈ ਇਹ ਠੀਕ ਹੈ, ਜਨ ਨਾਨਕ ਹਰਿ ਕਾ ਦਾਸ ਹੈ। ਮਹਾਰਾਜ ਆਪਣਾ ਨਾਲ ਕਿ ਭਾਈ ਅਸੀਂ ਤਾਂ ਸੇਵਕ ਹਾਂ। ਇੱਥੇ ਦਾਵਾ ਨਹੀਂ ਕੋਈ ਮੈਂ ਕੀ ਹੈ, ਨਹੀਂ, ਅਸੀਂ ਤਾਂ ਸੇਵਕ ਹਾਂ। ਕਿਹਨਾਂ ਦੇ? ਕਰ ਕਿਰਪਾ ਹਰ ਲਾਜ ਰਖਾਏ। ਮਹਾਰਾਜ ਅਸੀਂ ਤੇ ਸੇਵਕ ਹਾਂ, ਸਾਡੇ 'ਤੇ ਕਿਰਪਾ ਕਰਿਓ, ਸਾਡੀ ਇੱਜ਼ਤ ਰੱਖ ਲਿਓ, ਸਾਡੀ ਬੇਇੱਜ਼ਤੀ ਬਦਨਾਮੀ ਨਾ ਹੋ ਜੇ। ਗੁਰਦੇਵ ਕਿਰਪਾ ਕਰਨ, ਸਾਡੇ ਸਾਰਿਆਂ 'ਤੇ ਰਹਿਮਤ ਹੋਵੇ, ਅਤੇ ਜੋ ਵੀ ਸਤਸੰਗਤ ਵਿੱਚ ਆਉਂਦਾ ਹੈ ਉਹਦੀ ਇੱਜ਼ਤ ਰੱਖੇ, ਉਹਦੀ ਲਾਜ ਪਾਤ ਰੱਖੇ, ਕਿਉਂਕਿ ਭਗਤਾਂ ਕੀ ਲਾਜ ਸਦਾ ਉਕਰਤਾ ਪੁਰਖ ਆਪ ਰੱਖਦੇ ਨੇ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇਣੇ, ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।